ਸੋ ਦੇਖੋ ਇੱਥੇ ਮੈਂ ਤੁਹਾਨੂੰ ਜਿਹੜੀ ਮੇਨ ਗੱਲ ਹੈ ਕਿ ਨਿੱਕੀ ਜੀ ਕਹਿਣਾ ਚਾਹੁੰਦਾ ਸੀਗਾ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਕਿ ਫਾਈਨਲ ਦੇ ਵਿੱਚ ਜੋ ਫਸਟ ਪੈਸੇਜ ਹੁੰਦਾ ਜੀ, ਜਿਵੇਂ ਤੁਹਾਨੂੰ ਲਿਸਨਿੰਗ ਦੇ ਵਿੱਚ ਸੈਕਸ਼ਨ 1 ਸੌਖਾ ਲੱਗਦਾ ਵਾ, ਸੇਮ ਹੀ ਤੁਹਾਡਾ ਜੋ ਬਲੀਫ ਸਿਸਟਮ ਹੈ ਜਿਵੇਂ ਰੀਡਿੰਗ ਦੇ ਫਸਟ ਪੈਸੇਜ ਨੂੰ ਲੈ ਕੇ ਤੁਸੀਂ ਇੱਕ ਗੱਲ ਤੁਸੀਂ ਜਾਨੀ ਕਿ ਗੌਰ ਕਰਕੇ ਦੇਖੋ ਕਿ ਤੁਹਾਡਾ ਜੋ ਮਾਈਂਡ ਆ, ਤੁਹਾਡੇ ਜਾਨੀ ਕਿ ਮਾਈਂਡ ਨੇ ਵੈਸੇ ਵੀ ਇਹ ਮੰਨਿਆ ਹੁੰਦਾ ਵਾ ਕਿ ਪਹਿਲਾ ਪੈਸੇਜ ਫਾਈਨਲ ਦੇ ਵਿੱਚ ਸੌਖਾ ਹੋਊਗਾ ਤੇ ਦੂਸਰਾ ਥੋੜਾ ਡਿਫਿਕਲਟ ਹੋ ਸਕਦਾ ਵਾ ਤੇ ਤੀਸਰਾ ਜਿਹੜਾ ਹੋਊਗਾ ਉਹ ਸ਼ਾਇਦ ਕਾਫੀ ਜ਼ਿਆਦਾ ਡਿਫਿਕਲਟ ਹੋ ਸਕਦਾ। ਜਾਨੀ ਕਿ ਇਹ ਬਲੀਫ ਸਿਸਟਮ ਬਣਿਆ ਹੋਇਆ ਹੈ ਫੀਲਡ ਦੇ ਵਿੱਚ ਸਟੂਡੈਂਟਸ ਦਾ। ਚਲੋ ਦੂਸਰੇ ਤੇ ਤੀਸਰੇ ਨੂੰ ਲੈ ਕੇ ਫਿਰ ਵੀ ਵੇਰੀਏਸ਼ਨ ਹੁੰਦੀ ਰਹਿੰਦੀ ਹੈ, ਪਰ ਇਹ ਸ਼ੋਰ ਹੁੰਦਾ ਬੱਚੇ ਨੂੰ ਕਿ ਜਿਵੇਂ ਜਿਵੇਂ ਪੈਸੇਜ ਗਾਂਹ ਵੱਧਦੇ ਜਾਣਗੇ ਤਾਂ ਉਹ ਡਿਫਿਕਲਟ ਹੁੰਦੇ ਜਾਣਗੇ। ਪਰ ਚਲੋ ਜੇ ਆਪਾਂ ਦੂਸਰੇ ਤੀਸਰੇ ਨੂੰ ਛੱਡ ਵੀ ਦਈਏ ਤਾਂ ਕਮ ਸੇ ਕਮ ਪਹਿਲੇ ਨਾਲ ਤਾਂ ਕੋਈ ਵੀ ਯਾਨੀ ਕਿ ਵਿਵਾਦ ਹੈ ਨਹੀਂ ਨਾ। ਤਾਂ ਜੋ ਪਹਿਲਾ ਪੈਸੇਜ ਆ ਤਾਂ ਪਹਿਲੇ ਪੈਸੇਜ ਦੇ ਵਿੱਚੋਂ ਤੁਹਾਡੇ ਯਾਨੀ ਕਿ ਮੈਕਸਿਮਮ ਸਹੀ ਜਾਣੇ ਚਾਹੀਦੇ ਆ ਤੇ ਉਹ ਜਾਣੇ ਵੀ ਯਾਨੀ ਕਿ ਵਿਦਿਨ 20 ਮਿੰਟਸ ਚਾਹੀਦੇ ਆ। ਏਦਾਂ ਨਹੀਂ ਕਿ ਤੁਸੀਂ ਪਹਿਲਾ ਪੈਸੇਜ ਕਰੋ, ਤੁਸੀਂ 13 ਵਿੱਚੋਂ 12 ਤਾਂ ਸਹੀ ਕਰਤੇ ਬਟ ਹੁਣ ਤੁਹਾਡੇ ਜੋ ਮਿੰਟ ਲੱਗੇ ਉਹ ਲੱਗੇ ਤੁਹਾਨੂੰ 30 ਮਿੰਟ। ਟਾਈਮ ਨੂੰ ਵੀ ਕੰਟਰੋਲ ਕਰਨਾ। ਤੇ ਦੂਸਰੇ ਨੰਬਰ ਤੇ ਇੱਕ ਹੋਰ ਚੀਜ਼ ਹੁੰਦੀ ਆ, ਜਦੋਂ ਤੁਹਾਡੇ ਸਾਹਮਣੇ ਰੀਡਿੰਗ ਆਉਂਦੀ ਹੈ, ਜਦੋਂ ਤੁਸੀਂ ਕਿਸੇ ਵੀ ਕੰਮ ਨੂੰ ਕਰਨ ਲੱਗਦੇ ਹੋ, ਮੈਂ ਜਾਨੀ ਕਿ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਸ਼ਾਇਦ ਪਿਛਲੇ ਬੈਚ ਦੇ ਵਿੱਚ, ਜਦੋਂ ਵੀ ਤੁਸੀਂ ਕੋਈ ਵੀ ਕੰਮ ਕਰਨ ਲੱਗਦੇ ਹੋ, ਮੰਨ ਕੇ ਲਓ ਤੁਸੀਂ ਘਰ ਦੀ ਸਫਾਈ ਕਰਨ ਲੱਗੇ, ਸੋ ਪਹਿਲੇ ਜਿਹੜੇ ਉਹ ਮਿੰਟ ਆ, ਜਿਹੜਾ ਪਹਿਲਾ ਟਾਈਮ ਥੋੜਾ ਜਿਹਾ ਹੈਗਾ ਵਾ, ਤਾਂ ਤੁਹਾਡਾ ਮਾਈਂਡ ਹਾਲੇ ਉਹਨੂੰ ਸ਼ੁਰੂ ਹੀ ਕਰਨ ਲੱਗਾ ਵਾ ਕੰਮ ਨੂੰ, ਮੰਨ ਕੇ ਲਓ ਸਫਾਈ ਕਰਨ ਲੱਗੇ ਹੋ, ਤਾਂ ਤੁਸੀਂ ਕਾਫੀ ਜ਼ਿਆਦਾ ਤੁਹਾਡੇ ਵਿੱਚ એનર્ਜੀ ਹੋਊਗੀ, ਕਾਫੀ ਜ਼ਿਆਦਾ ਪੋਜ਼ਿਟਿਵਿਟੀ ਹੋਊਗੀ ਅਜੇ। ਤੇ ਥੋੜੇ ਜਿਹੇ ਮਿੰਟਾਂ ਦੇ ਬਾਅਦ ਚੋਂ ਜੋ ਤੁਹਾਨੂੰ ਪਤਾ ਲੱਗਿਆ ਵੀ ਨਾਲ ਦਾ ਰੂਮ ਪਿਆ ਵਾ ਏਦਾਂ ਏਦਾਂ ਸਾਰਾ, ਬਾਅਦ ਚੋਂ ਤੁਸੀਂ ਕੀ ਕਰਨਾ ਵਾ, ਸਫਾਈ ਨੂੰ ਵਿੱਚੋਂ ਵਿੱਚ ਵੀ ਛੱਡੋਗੇ ਤੇ ਬਾਅਦ ਚੋਂ ਤੁਹਾਡਾ ਮਾਈਂਡ ਸੈਟ ਥੋੜੇ ਜਿਹੇ ਸਮੇਂ ਦੇ ਬਾਅਦ ਚੋਂ ਚੇਂਜ ਹੋ ਜਾਣਾ ਵਾ ਜੀ, ਸਫਾਈ ਕਰਦੇ ਕਰਦੇ ਹੋਏ। ਸੇਮ ਮੈਂ ਕਿਹਾ ਜਦੋਂ ਤੁਸੀਂ ਕੋਈ ਨਿਊ ਕਾਪੀ ਲੈ ਕੇ ਆਉਂਦੇ ਹੋ ਜੀ, ਤਾਂ ਤੁਸੀਂ ਪਹਿਲਾਂ ਉਹਦੇ ਤੇ ਨੇਮ ਬੜਾ ਵਧੀਆ ਲਿਖਦੇ ਹੋ ਤੇ ਪਹਿਲੇ ਪੇਜ ਤੇ ਹੈਂਡ ਰਾਈਟਿੰਗ ਜਿਹੜੀ ਲਿਖਦੇ ਹੋ ਉਹ ਚੇਂਜ ਕਰਕੇ ਲਿਖਦੇ ਹੋ, ਹੌਲੀ ਹੌਲੀ ਲਿਖਦੇ ਹੋ ਵੀ ਸਹੀ ਲਿਖਿਆ ਜਾਵੇ, ਬਹੁਤ ਸੋਹਣਾ ਲਿਖਿਆ ਜਾਵੇ। ਜਦੋਂ ਉਹਦੇ ਪਹਿਲੇ 4 ਤੋਂ 5 ਪੇਜ ਭਰ ਜਾਂਦੇ ਆ, ਫਿਰ ਉਹ ਸੇਮ ਕਾਪੀ ਤੁਸੀਂ ਚਲਾ ਚਲਾ ਕੇ ਮਾਰਦੇ ਹੋ ਤੇ ਬਾਅਦ ਚੋਂ ਪਤਾ ਹੀ ਨਹੀਂ ਕਿਹੜੇ ਪੇਜ ਤੇ ਕੀ ਲਿਖ ਦਿੰਦੇ ਹੋ। ਯਾਨੀ ਕਿ ਹਿਊਮਨ ਬ੍ਰੇਨ ਜਦੋਂ ਵੀ ਕਿਸੇ ਕੰਮ ਨੂੰ ਸ਼ੁਰੂ ਕਰਦਾ ਵਾ ਤੇ ਬਹੁਤ ਜ਼ਿਆਦਾ એનર્ਜੀ ਦੇ ਨਾਲ ਸ਼ੁਰੂ ਕਰਦਾ, ਬਹੁਤ ਜ਼ਿਆਦਾ ਪੋਜ਼ਿਟਿਵਿਟੀ ਨਾਲ ਸ਼ੁਰੂ ਕਰਦਾ। ਸੋ ਇਹ ਦੂਸਰਾ ਰੀਜ਼ਨ ਆ ਕਿ ਪਹਿਲਾ ਪੈਸੇਜ ਇੱਕ ਤਾਂ ਹੈ ਸੌਖਾ, ਦੂਸਰਾ ਤੁਹਾਡੇ ਵਿੱਚ એનર્ਜੀ ਜ਼ਿਆਦਾ ਵਾ ਹਲੇ, ਤੇ ਤੀਸਰਾ ਹਲੇ ਤੁਸੀਂ ਪੋਜ਼ਿਟਿਵ ਹੋ, ਤਾਂ ਕਰਕੇ ਪਹਿਲੇ ਪੈਸੇਜ ਦੇ ਵਿੱਚੋਂ ਜਿਹੜਾ ਬੱਚਾ ਮੈਕਸਿਮਮ ਸਹੀ ਕਰ ਦਵੇ ਰੀਡਿੰਗ ਉਹਦੀ ਪਾਰ ਹੋ ਜਾਂਦੀ ਹੈ। ਇਹ ਗਰੰਟੀ ਆ 100%, ਕਿਉਂਕਿ ਗਾਂ ਜਾ ਕੇ એનર્ਜੀ ਵੀ ਨਹੀਂ ਰਹਿਣੀ, ਗਾਂ ਜਾ ਕੇ ਪੋਜ਼ਿਟਿਵਿਟੀ ਵੀ ਨਹੀਂ ਬਾਹਲੀ ਰਹਿਣੀ, ਕਿਉਂਕਿ ਕਿਤੇ ਨਾ ਕਿਤੇ ਡਿਕਲਾਈਨ ਆਉਣਾ ਲਾਈਨ ਗ੍ਰਾਫ ਦੇ ਵਿੱਚ। ਜੇ ਆਪਾਂ ਲਾਈਨ ਗ੍ਰਾਫ ਬਣਾਈਏ, ਮੰਨ ਕੇ ਚੱਲੋ ਆ ਹੈਗਾ ਵਾ ਜੀ ਲਾਈਨ ਗ੍ਰਾਫ, ਆ ਹੈਗੇ ਮੰਨ ਕੇ ਚੱਲੋ ਮਿੰਟ, ਆ ਨੀਚੇ 30 40 50 ਆ ਸਾਰੇ ਮੰਨ ਕੇ ਲਓ ਮਿੰਟ ਆ ਜੀ, ਤੇ ਆ ਮੰਨ ਕੇ ਚੱਲੋ ਹੈਗਾ ਵਾ ਬੱਚੇ ਦਾ ਜਾਨੀ ਕਿ ਕੌਨਫੀਡੈਂਸ 10%, 20%, 30 40 50 ਆ ਜਾਨੀ ਕਿ ਬੱਚੇ ਦਾ ਕੌਨਫੀਡੈਂਸ ਆ। ਸੋ ਜਦੋਂ ਸਟਾਰਟ ਹੋਇਆ ਪਹਿਲਾਂ 0 ਤੋਂ, ਤਾਂ ਬੱਚੇ ਦਾ ਕੌਨਫੀਡੈਂਸ ਇੱਥੇ ਹੈ ਜੀ 90%। ਜਿਵੇਂ ਜਿਵੇਂ ਰੀਡਿੰਗ ਲੰਘੀ ਜਾਂਦੀ ਆ, ਟਾਈਮ ਹੋਈ ਜਾਂਦਾ ਵਾ, ਤਾਂ ਉਹ ਜਿਹੜਾ ਗ੍ਰਾਫ ਆ ਲਾਈਨ ਗ੍ਰਾਫ ਉਹ ਇਦਾਂ ਵਾ ਜੀ। ਜੇ ਮੈਂ ਤੁਹਾਨੂੰ ਗ੍ਰਾਫ ਦੀ ਹੈਲਪ ਨਾਲ ਜੇ ਸਮਝਾਉਣਾ ਹੋਵੇ ਤੇ ਗ੍ਰਾਫ ਦੇ ਵਿੱਚ ਕਿਹੜੀਆਂ ਇਹ ਲਾਈਨ 'ਚ ਕਿਹੜੀਆਂ ਚੀਜ਼ਾਂ, ਇਹਦੇ ਵਿੱਚ ਕਨਸੈਂਟਰੇਸ਼ਨ ਵੀ ਆ, ਪਹਿਲਾਂ ਜ਼ਿਆਦਾ ਹੋਊ ਬਾਅਦ ਚੋਂ ਘਟੂਗੀ। ਇਹਦੇ ਵਿੱਚ ਸੈਲਫ ਕੌਨਫੀਡੈਂਸ ਵੀ ਆ, ਪਹਿਲਾਂ ਜ਼ਿਆਦਾ ਹੋਊ ਬਾਅਦ ਚੋਂ ਘਟੂ, ਤੇ ਫਿਰ ਜਾਨੀ ਕਿ એનર્ਜੀ ਵੀ ਆ, ਪਹਿਲਾਂ ਜ਼ਿਆਦਾ ਹੋਊ ਤੀਸਰੇ ਤੇ ਪਹੁੰਚ ਕੇ ਘਟੂਗੀ ਜੀ। ਇਹ ਚਾਰੇ ਪੰਜੇ ਚੀਜ਼ਾਂ ਪਹਿਲਾਂ ਹੀ ਜ਼ਿਆਦਾ ਹੋਣਗੀਆਂ, ਬਾਅਦ ਚੋਂ ਸਮੇਂ ਦੇ ਹਿਸਾਬ ਨਾਲ ਇਹ ਘਟਦੀਆਂ ਜਾਣਗੀਆਂ। ਤੇ ਤੁਹਾਡੇ ਨਾਲ ਇਹ ਡੇਲੀ ਬੇਸਿਸ ਤੇ ਹੁੰਦਾ ਵੀ ਆ, ਜੇ ਨਹੀਂ ਨੋਟ ਕੀਤਾ ਤਾਂ ਨੋਟ ਕਰਕੇ ਦੇਖੋ। ਅੱਜ ਪਤਾ ਲੱਗ ਗਿਆ ਸਾਰਿਆਂ ਨੂੰ ਮੈਂ ਕੀ ਕਹਿਣਾ ਚਾਹੁੰਦਾ? ਸਾਰਿਆਂ ਨੂੰ ਕਲੀਅਰ ਹੈ ਜੀ? ਹਾਂਜੀ ਸਰ। ਯੈਸ ਸਰ, ਨੂੰ ਦੱਸ ਦਿਓ ਜੀ। ਮੈਂ ਤਾਂ ਕਰਕੇ ਹਾਂਜੀ ਸਰ ਜੇ ਮੰਨ ਲਓ ਜੀ, ਮਤਲਬ ਕਿਵੇਂ ਪਿੱਛੇ ਤੋਂ ਸਟਾਰਟ ਕਰਦਾ, ਮਤਲਬ ਲਾਸਟ ਪੈਸੇਜ ਤੋਂ ਹੀ, ਫਿਰ ਦੇਖੋ ਲਾਸਟ ਤੋਂ ਦੇਖੋ, ਮੇਰੀ ਗੱਲ ਸੁਣੋ, ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਰਿਆਂ ਨੂੰ। ਹਾਂਜੀ, ਤੇ ਦੇਖੋ ਆਪਣਾ ਇੱਕ ਸਟੂਡੈਂਟ ਸੀਗਾ ਯਾਨੀ ਕਿ ਪ੍ਰਿੰਸ, ਜਿਹਦਾ ਰਿਜ਼ਲਟ ਆਇਆ ਸੀ ਤੇ ਮੈਂ YouTube ਤੇ ਪਾਇਆ ਵੀ ਸੀਗਾ, ਪਿਛਲੇ ਬੈਚ ਵਿੱਚ ਸੀਗਾ ਉਹ ਪ੍ਰਿੰਸ ਨਾਮ ਦਾ ਮੁੰਡਾ, ਠੀਕ ਹੈ ਜੀ, ਸ਼ਾਇਦ ਤੁਹਾਨੂੰ ਯਾਦ ਹੋਵੇ। ਤੇ ਉਹ ਸਟੂਡੈਂਟ ਦਾ ਰੀਡਿੰਗ ਕਰਨ ਦਾ ਵੇ ਕੀ ਸੀਗਾ,
ਹੁਣ ਆਪਣਾ ਵੇ ਕੀ ਹੁੰਦਾ, ਮੰਨ ਕੇ ਚਲੋ ਜੀ ਇੱਥੇ ਹੈਗੇ ਆ ਮਲਟੀਪਲ ਤੇ ਇੱਥੇ ਹੈਗੇ ਆ ਜੀ ਟਰੂ ਫਾਲਸ ਨਾਟ ਗਿਵਨ ਤੇ ਨੀਚੇ ਹੈਗੀਆਂ ਜੀ ਬਲੈਂਕਸ। ਹੁਣ ਆਪਾਂ ਸਾਰੇ ਜਾਣੇ ਜਾਣੀ ਕਿ ਲੋਟ ਦੇਖਦੇ ਆ ਵੀ ਕਿਹੜਾ ਚੀਜ਼ ਆਪਾਂ ਨੂੰ ਹਿਸਾਬ ਕਿਤਾਬ ਦੇ ਵਿੱਚ ਆ ਰਹੀ ਹੈ। ਜੇ ਮੈਂ ਜਾਣੀ ਕਿ ਨੈਚੁਰਲ ਯਾਨੀ ਕਿ ਦੇਸੀ ਲੈਂਗੁਏਜ ਚ ਦੱਸਾਂ ਤਾਂ ਬਲੈਂਕਸ ਲੱਗਦਾ ਕਿ ਸਭ ਤੋਂ ਸੌਖੀਆਂ ਕੀਵਰਡ ਪਏ ਆ, ਚਲੋ ਪਹਿਲਾਂ ਬਲੈਂਕਸ ਕੀਤੀਆਂ ਜਾਣ। ਸੈਕੰਡ ਨੰਬਰ ਤੇ ਟਰੂ ਫਾਲਸ, ਥਰਡ ਨੰਬਰ ਤੇ ਮਲਟੀਪਲ। ਆਪਾਂ ਡਿਫੀਕਲਟ ਟਾਈਪ ਨੂੰ ਪਿੱਛੇ ਰੱਖ ਦਿੰਦੇ ਆ, ਸੌਖੀ ਟਾਈਪ ਨੂੰ ਮੂਹਰੇ ਰੱਖਿਆ ਹੁੰਦੇ। ਇਹ ਆਪਣੀ ਡਿਜ਼ਾਈਨਿੰਗ। ਪ੍ਰਿੰਸ ਕੀ ਕਰਦਾ ਹੁੰਦਾ ਸੀਗਾ, ਉਹ 13 ਕੁਐਸਚਨ ਸੀ, ਉਹਨੂੰ ਟਾਈਪ ਟੂਇਪ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਸੀਗਾ ਜੀ। ਉਹਨੂੰ ਜਿਹੜਾ ਵੀ ਕੁਐਸਚਨ ਮਿਲਿਆ 8ਵਾਂ ਜੇ ਕੀਵਰਡ ਦੇਖਿਆ ਚਲੋ 8ਵੇਂ ਤੇ, 6ਵਾਂ ਦੇਖਿਆ ਚਲੋ 6ਵੇਂ ਤੇ, 13ਵਾਂ ਦੇਖਿਆ ਚਲੋ 13ਵੇਂ ਤੇ। ਹੁਣ ਇਹ ਹੁੰਦਾ ਜਿਹੜਾ ਸਟ੍ਰੈਟਜੀ ਸੀ, ਇਹ ਬਹੁਤ ਜ਼ਿਆਦਾ ਯਾਨੀ ਕਿ ਭੁਚਾਲ ਜਾਂ ਪਾ ਦੇਣ ਵਾਲੀ ਸੀਗੀ। ਜੇ ਮੈਂ ਹੋਵਾਂ ਮੈਨੂੰ ਤਾਂ ਭੁੱਲ ਹੀ ਜਾਵੇ ਬਈ ਉਹ ਰਹਿ ਕਿਹੜਾ ਗਿਆ ਮੇਰਾ। ਪਰ ਜਿਹੜੀ ਇਹ ਸਟ੍ਰੈਟਜੀ ਤੇ ਉਹ ਬੱਚੇ ਨੇ ਮਾਸਟਰੀ ਕੀਤੀ ਸੀ ਖੁਦ, ਤੇ ਉਹ ਜਿਹੜੀ ਘਰੇ ਡੇਲੀ ਰੀਡਿੰਗ ਕਰਦਾ ਹੁੰਦਾ ਸੀਗਾ, ਉਹ ਡੇਲੀ ਰੀਡਿੰਗ ਨੂੰ ਵੀ ਫਿਰ ਜਾਣੀ ਕਿ ਇਹ ਹਿਸਾਬ ਨਾਲ ਹੀ ਕਰਦਾ ਹੁੰਦਾ ਸੀ, ਨਾ ਕਿ ਉਹਨੇ ਫਾਈਨਲ ਦੇ ਵਿੱਚ ਜਾਣੀ ਕਿ ਨਿਊ ਉੱਥੇ ਟੈਸਟ ਕੀਤਾ ਬਹਿ ਕੇ। ਤਾਂ ਮੰਨ ਕੇ ਚੱਲੋ ਕੋਈ ਬੱਚਾ ਘਰੇ ਪਹਿਲਾਂ ਮਲਟੀਪਲ ਕਰ ਰਿਹਾ ਵਾ, ਟਰੂ ਫਾਲਸ ਤੋਂ ਪਹਿਲਾਂ ਮਲਟੀਪਲ ਕਰ ਰਿਹਾ, ਤਾਂ ਬੱਚੇ ਦੀ ਮਲਟੀਪਲ ਤੇ ਕਮਾਂਡ ਬਣੀ ਵੀ ਆ, ਉਹ ਟਰੂ ਫਾਲਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਮਲਟੀਪਲ ਕਰ ਦਿੰਦਾ। ਹੁਣ ਉਹ ਬੱਚੇ ਨੂੰ ਟ੍ਰੇਨਰ ਪਿੱਛੇ ਲੱਗਣ ਦੀ ਲੋੜ ਨਹੀਂ। ਹੁਣ ਜੇ ਟ੍ਰੇਨਰ ਕਹੇ ਤੁਸੀਂ ਪਹਿਲਾਂ ਟਰੂ ਫਾਲਸ ਕਰੋ, ਨਹੀਂ, ਕਿਉਂਕਿ ਉਹ ਬੱਚਾ ਟਰੂ ਫਾਲਸ ਜੇ ਕਰਦਾ ਵਾ, ਉਹਦੀ ਟਰੂ ਫਾਲਸ ਤੇ ਕਮਾਂਡ ਹੈ ਨਹੀਂ, ਉਹ ਬੱਚੇ ਨੂੰ ਖੁਦ ਨੂੰ ਪਤਾ ਮਲਟੀਪਲ ਤੇ ਕਮਾਂਡ ਜ਼ਿਆਦੇ ਆ ਉਹਦੀ। ਸੋ ਉਹ ਬੱਚਾ ਫਾਈਨਲ ਦੇ ਵਿੱਚ ਮਲਟੀਪਲ ਵੀ ਕਰ ਸਕਦਾ ਵਾ ਜੀ। ਤਾਂ ਮੇਰੇ ਕਹਿਣ ਦਾ ਮਤਲਬ ਕੀ ਆ, ਜੇ ਤੁਸੀਂ ਘਰੇ ਪਹਿਲਾ ਪੈਸੇਜ ਕਰਦੇ ਹੋ, ਫਿਰ ਦੂਸਰਾ ਕਰਦੇ ਹੋ, ਫਿਰ ਤੀਸਰਾ ਕਰਦੇ ਹੋ, ਤੇ ਘਰੇ ਤੁਸੀਂ ਡੇਲੀ ਪ੍ਰੈਕਟਿਸ ਇਦਾਂ ਕਰੀ ਜਾਂਦੇ ਹੋ, ਤੁਹਾਨੂੰ 2 ਮਹੀਨੇ ਹੋ ਗਏ ਤੁਸੀਂ ਘਰੇ ਬਸ ਆ ਜਾਣੀ ਕਿ ਮੈਥਡ ਫੋਲੋ ਕਰਦੇ ਹੋ, ਪਹਿਲਾ ਪੈਸੇਜ, ਦੂਸਰਾ ਤੇ ਤੀਸਰਾ। ਹੁਣ ਇੱਕੋ ਦਮ ਤੁਸੀਂ ਫਾਈਨਲ ਦੇ ਵਿੱਚ ਜਾ ਕੇ ਪਹਿਲਾਂ ਤੀਸਰਾ ਪੈਸੇਜ ਸ਼ੁਰੂ ਕਰ ਦਿਓ, ਤੁਹਾਨੂੰ ਕੀ ਲੱਗਦਾ ਵਾ ਕਿ ਇੱਥੇ ਹੁਣ ਬੈਂਡ ਲੈਣ ਦੀ ਪੋਸੀਬਿਲਿਟੀ ਕਿੰਨੀ ਕੁ ਜ਼ਿਆਦਾ ਹੋ ਜਾਂਦੀ ਹੈ। ਤੁਸੀਂ ਜਿਹੜੀ ਚੀਜ਼ ਪਹਿਲਾਂ ਕਦੇ ਟਰਾਈ ਵੀ ਨਹੀਂ ਕੀਤੀ, ਤੁਸੀਂ ਫਾਈਨਲ 'ਚ ਜਾ ਕੇ ਟਰਾਈ ਕਰਨ ਲੱਗ ਗਏ ਹੋ। ਮੇਰੀ ਗੱਲ ਸਮਝ ਗਏ ਸਾਰੇ ਜਣੇ? ਹਾਂਜੀ ਸਰ। ਤੇ ਜੇ ਤੁਸੀਂ ਘਰੇ ਪਹਿਲਾਂ ਹੀ ਤੀਸਰਾ ਪੈਸੇਜ ਕਰ ਰਹੇ ਹੋ ਡੇਲੀ, ਫਿਰ ਕੋਈ ਦਿੱਕਤ ਹੀ ਨਹੀਂ ਜੀ, ਫਿਰ ਤਾਂ ਤੁਸੀਂ ਉਹਦੇ ਵਿੱਚ ਮਾਸਟਰੀ ਕੀਤੀ ਹੈ ਨਾ, ਫਿਰ ਤੁਸੀਂ ਉਹਦੇ ਵਿੱਚ ਬਿਹਤਰ ਹੋ। ਜੇ ਤੁਸੀਂ ਘਰੇ ਪਹਿਲਾਂ ਤੀਸਰਾ ਪੈਸੇਜ ਕਰਦੇ ਹੋ ਤਾਂ ਤੁਹਾਨੂੰ ਰਿਪਲਾਈ ਮਿਲ ਗਿਆ ਜੀ ਉਹ ਚੀਜ਼ ਦਾ, ਕਿ ਫਾਈਨਲ 'ਚ ਜਾ ਕੇ ਨਵੀਂ ਚੀਜ਼ ਨਹੀਂ ਕਰਨੀ ਕੋਈ। ਜੇ ਤੁਸੀਂ ਘਰੇ ਉਹ ਚੀਜ਼ ਨੂੰ ਡੇਲੀ ਬੇਸਿਸ ਤੇ ਕਰ ਰਹੇ ਹੋ ਤੇ ਤੁਹਾਨੂੰ ਰਿਜ਼ਲਟ ਮਿਲ ਵੀ ਰਿਹਾ ਵਾ, ਫਿਰ ਜਾ ਕੇ ਕਰੋ। ਹੁਣ ਬੱਚੇ ਕਹਿੰਦੇ ਸਰ ਮੈਂ ਫਾਈਨਲ 'ਚ ਪਹਿਲਾਂ ਟਾਸਕ 2 ਕਰ ਲੂੰਗਾ। ਜੇ ਤੁਸੀਂ ਘਰੇ ਪਹਿਲਾਂ ਟਾਸਕ 1 ਕਰਦੇ ਹੋ, ਫਿਰ ਤੁਸੀਂ ਫਾਈਨਲ 'ਚ ਟਾਸਕ 2 ਕਾਹਤੋਂ ਕਰੋਗੇ ਪਹਿਲਾਂ ਜੀ? ਫਿਰ ਤੁਹਾਨੂੰ ਫਾਈਨਲ 'ਚ ਵੀ ਪਹਿਲਾਂ ਟਾਸਕ 1 ਹੀ ਕਰਨਾ ਪੈਣਾ। ਜੇ ਤੁਸੀਂ ਘਰੇ ਆਪਣੇ ਆਪ ਨੂੰ ਹੈਬਿਚੁਅਲ ਬਣਾਇਆ ਹੋਇਆ, ਪਹਿਲਾਂ ਟਾਸਕ 2 ਫਿਰ ਟਾਸਕ 1, ਕਿਉਂਕਿ ਜੇ ਤੁਸੀਂ ਦੇਖੋ ਨਾ, ਤੁਸੀਂ ਘਰੇ ਪਹਿਲਾਂ ਟਾਸਕ 1 ਕਰਦੇ ਹੋ, ਤੁਹਾਨੂੰ ਪਤਾ ਹੁੰਦਾ ਕਿ 20 ਤੋਂ 21 ਮਿੰਟ ਹੋ ਗਏ, ਬਸ ਮੈਂ ਇਹਨੂੰ ਸਟਾਪ ਕਰਨ ਲੱਗਾ। ਜੇ ਤੁਸੀਂ ਫਾਈਨਲ ਦੇ ਵਿੱਚ ਟਾਸਕ 2 ਕਰਨ ਬਹਿ ਗਏ, ਹੁਣ ਤੁਹਾਨੂੰ 40 ਤੱਕ ਹੁਣ ਤੁਹਾਡਾ ਮਾਈਂਡ ਸ਼ਫਲ ਹੋਇਆ ਨਾ। ਹੁਣ ਉਹ ਪਹਿਲਾਂ 20 ਮਿੰਟ ਦੇਖਣ ਤੇ ਗਿੱਝਿਆ ਹੋਇਆ ਸੀਗਾ, ਹੁਣ ਦੇਖੋ ਤੁਸੀਂ ਉਹਨੂੰ 40 ਤੱਕ ਲੈ ਕੇ ਜਾ ਰਹੇ ਹੋ, ਕਿਤੇ ਨਾ ਕਿਤੇ ਗੜਬੜ ਹੋਊਗੀ। ਸੋ ਫਾਈਨਲ 'ਚ ਜਿਹੜੀ ਚੀਜ਼ ਕਰਨੀ ਆ, ਉਹ ਚੀਜ਼ ਨੂੰ ਘਰੇ ਡੇਲੀ ਬੇਸਿਸ ਤੇ ਉਸ ਹਿਸਾਬ ਨਾਲ ਪ੍ਰੈਕਟਿਸ ਕਰਨਾ ਤੁਸੀਂ, ਫਿਰ ਜਾ ਕੇ ਤੁਹਾਨੂੰ ਫਾਈਨਲ 'ਚ ਖੁੱਲੀ ਛੁੱਟੀ ਆ। ਫਿਰ ਭਾਵੇਂ ਤੁਸੀਂ ਦੂਸਰਾ ਪੈਸੇਜ ਕਰੋ, ਭਾਵੇਂ ਤੁਸੀਂ ਤੀਸਰਾ ਕਰੋ, ਜਾਂ ਭਾਵੇਂ ਤੁਸੀਂ ਪਹਿਲਾ ਕਰੋ, ਪਰ ਉਹ ਸੇਮ ਚੀਜ਼ ਦੇ ਗੋ ਥਰੂ ਤੁਸੀਂ ਕਰੋ ਹੋਣਾ ਵਾ। ਪਹਿਲਾਂ ਜਾ ਕੇ ਉੱਥੇ ਨਿਊ ਟੈਸਟ ਨਹੀਂ ਕਰਨਾ ਕਿ ਮੈਂ ਤੀਸਰਾ ਕਰਨ ਲੱਗਿਆ। ਜੇ ਤੁਸੀਂ ਤੀਸਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਦੋਂ ਵੀ ਹੁਣ ਪੇਪਰ ਦੇਣਾ ਵਾ, ਤੇ ਹੁਣ ਤੁਹਾਡੇ ਕੋਲ ਜਿੰਨਾ ਟਾਈਮ ਬਾਕੀ ਹੈਗਾ ਵਾ, ਤੁਸੀਂ ਫਿਰ ਪਹਿਲਾਂ ਤੀਸਰਾ ਪੈਸੇਜ ਘਰੇ ਕਰਨ ਦੀ ਹੈਬਿਟ ਪਾਉਣੀ, ਫਿਰ ਜਾ ਕੇ ਤੁਸੀਂ ਕਰੋਗੇ ਫਾਈਨਲ। ਹਾਂਜੀ, ਸੋ ਇਹ ਚੀਜ਼ ਨੂੰ ਧਿਆਨ ਰੱਖਿਓ ਜੀ। ਪਹਿਲਾ ਪੈਸੇਜ ਸੌਖਾ ਹੁੰਦਾ, એનર્ਜੀ ਜ਼ਿਆਦੇ ਆ, ਕੌਨਫੀਡੈਂਸ ਜ਼ਿਆਦੇ ਆ, ਫਿਰ ਕਨਸੈਂਟਰੇਟ ਜ਼ਿਆਦੇ ਆ, ਤਾਂ ਕਰਕੇ ਪਹਿਲੇ ਪੈਸੇਜ ਦੇ ਵਿੱਚੋਂ ਮੈਕਸਿਮਮ ਸਹੀ ਕਰਨ ਦੀ ਕੋਸ਼ਿਸ਼ ਕਰਨੀ ਆ। ਰੀਡਿੰਗ ਦੇ ਵਿੱਚੋਂ ਤੁਹਾਡੀ ਰਿਕੁਆਇਰਮੈਂਟ ਆਰਾਮ ਨਾਲ ਪੂਰੀ ਹੋ ਜਾਣੀ। ਹਾਂਜੀ, ਹੁਣ ਸੈਕਿੰਡ ਨੰਬਰ ਤੇ ਚੱਲਦੇ ਹਾਂ। ਦੇਖੋ ਸੈਕਿੰਡ ਨੰਬਰ, ਹਾਂਜੀ, ਕੱਲ ਰਾਈਟਿੰਗ ਕਿਸੇ ਦੀ ਵੀ ਨਹੀਂ ਚੈੱਕ ਹੋਈ। ਉਹਦਾ ਮੇਨ ਰੀਜ਼ਨ ਆ ਕਿ ਸਾਡੇ ਜੋ ਯਾਨੀ ਕਿ ਗੁਰਦੁਆਰਾ ਪਿੰਡ ਦੇ ਵਿੱਚ ਉੱਥੇ ਯਾਨੀ ਕਿ ਬਰਛੀ ਹੁੰਦੀ 2 ਦਿਨਾਂ ਨੂੰ, ਤਾਂ ਉੱਥੇ ਰਾਤ ਨੂੰ ਪਾਠ ਖੁੱਲੇ ਹੁੰਦੇ ਆ। ਸੋ ਤੇ ਮੈਂ ਯਾਨੀ ਕਿ ਵੈਸੇ ਤਾਂ ਡੇਲੀ ਬੇਸਿਸ ਤੇ ਜਾਂਦਾ ਨਹੀਂ ਸੀਗਾ, ਕਿਉਂਕਿ ਰਾਈਟਿੰਗ ਚੈੱਕ ਕਰ ਦਈਦੀ ਹੈ ਡੇਲੀ, ਪਰ ਰਾਤ ਮੈਨੂੰ ਜਾਣਾ ਪਿਆ, ਤਾਂ ਕਰਕੇ ਉਹ ਰਾਈਟਿੰਗ ਸਾਰਿਆਂ ਦੀ ਹਜੇ ਰਹਿੰਦੀ ਆ। ਤੇ ਮੈਂ ਰਾਈਟਿੰਗ ਤੁਹਾਨੂੰ ਚੈੱਕ ਕਰਕੇ ਬਸ ਅੱਜ ਸ਼ਾਮ ਤੱਕ ਸੈਂਡ ਕਰ ਦੂੰਗਾ, ਠੀਕ ਹੈ ਜੀ? ਸਾਰਿਆਂ ਨੂੰ ਕਲੀਅਰ ਹੈ ਜੀ? ਰਾਈਟਿੰਗ ਕਿਸੇ ਦੀ ਵੀ ਨਹੀਂ ਚੈੱਕ ਹੋਈ। ਉਹਦਾ ਰੀਜ਼ਨ ਸੀਗਾ ਕਿ ਮੈਨੂੰ ਗੁਰਦੁਆਰੇ ਗਿਆ ਮੈਂ ਰਾਤ, ਉੱਥੇ ਪਾਠ ਖੁੱਲੇ ਹੋਏ ਸੀਗੇ, ਤਾਂ ਕਰਕੇ ਫਿਰ ਸਾਰਿਆਂ ਦੀ ਰਹਿ ਗਈ। ਚਲੋ ਜੀ, ਹੁਣ ਆਪਾਂ ਟਾਸਕ 2 ਡਿਸਕਸ ਕਰਦੇ ਹਾਂ, ਕਿਉਂਕਿ ਆਪਾਂ ਕੀ ਕਰਾਂਗੇ ਅੱਜ, ਹੁਣ ਲਿਖਾਂਗੇ ਨਹੀਂ, ਟਾਸਕ 2 ਡਿਸਕਸ ਕਰਾਂਗੇ। ਤੇ ਉਹ ਟਾਸਕ 2 ਜਿਹੜਾ ਆਪਾਂ ਅੱਜ ਡਿਸਕਸ ਕਰਨਾ, ਤੇ ਉਹ ਮੇਰਾ ਲਿਖਿਆ ਹੋਇਆ ਵਾ ਜੀ। ਪਹਿਲਾਂ ਆਪਾਂ ਸਾਈਮਨ ਜਾਂ ਲਿਸ ਦੇ ਟਾਸਕ ਜੋ ਡਿਸਕਸ ਕਰਦੇ ਹੁੰਦੇ ਆ,
ਸੋ ਹੁਣ ਜੋ ਆਪਾਂ ਜੋ ਟਾਸਕ ਡਿਸਕਸ ਕਰਨ ਲੱਗੇ ਹਾਂ ਜੀ, ਜੋ ਹਾਂਜੀ ਮੇਰਾ ਲਿਖਿਆ ਹੋਇਆ ਟਾਸਕ ਆ, ਸੋ ਆਪਾਂ ਦੇਖਦੇ ਹਾਂ ਕਿ ਮੈਂ ਕਿਹੜੀਆਂ ਚੀਜ਼ਾਂ ਨੂੰ ਆਪਣੇ ਮਾਈਂਡ ਵਿੱਚ ਰੱਖਦਾ ਵਾਂ, ਮੈਂ ਕਿਵੇਂ ਯਾਨੀ ਕਿ ਡਿਜ਼ਾਈਨ ਕਰਦਾ ਟਾਸਕ ਨੂੰ, ਜਾਂ ਕਿਹੜੀਆਂ ਚੀਜ਼ਾਂ ਮੇਰੇ ਵਿੱਚ ਪੋਜ਼ਿਟਿਵ ਆ ਜਾਂ ਮੇਰੇ ਵਿੱਚ ਨੈਗੇਟਿਵ ਚੀਜ਼ ਕਿਹੜੀ ਆ। ਚਲੋ ਜਾ ਕੇ ਦੇਖਦੇ ਜੀ। ਹਾਂਜੀ, ਤਾਂ ਸਭ ਤੋਂ ਪਹਿਲਾਂ ਸਟੇਟਮੈਂਟ ਪੜ੍ਹਿਓ ਜੀ। ਤਾਂ ਦੇਖੋ ਸਟੇਟਮੈਂਟ ਦੇ ਵਿੱਚ ਕੀ ਕਹਿੰਦੇ ਜੀ, ਸਟੇਟਮੈਂਟ ਦੇ ਵਿੱਚ ਕਹਿੰਦੇ ਕੁਝ ਲੋਕੀ ਬਲੀਵ ਕਰਦੇ ਆ ਕਿ ਹਾਈ ਸੈਲਰੀ ਜਿਹੜੀ ਹੈਗੀ ਹੈ, ਹਾਈ ਸੈਲਰੀ ਕਹਿੰਦੇ ਯਾਨੀ ਕਿ ਜ਼ਰੂਰੀ ਫੈਕਟਰ ਆ, ਜ਼ਰੂਰੀ ਚੀਜ਼ ਹੈ ਜੀ। ਉਹ ਕਹਿੰਦੇ ਜ਼ਿਆਦਾ ਸੈਲਰੀ ਜਦੋਂ ਤੁਸੀਂ ਜੌਬ ਚੂਜ਼ ਕਰਦੇ ਹੋ, ਵੈਨ ਚੂਜ਼ਿੰਗ ਅ ਜੌਬ, ਤਾਂ ਦੂਸਰੇ ਲੋਕੀ ਮੰਨਦੇ ਆ ਜੀ, ਦੂਸਰੇ ਲੋਕੀ ਮੰਨਦੇ ਜੋ ਯਾਨੀ ਕਿ ਵਰਕਿੰਗ ਇਨਵਾਇਰਮੈਂਟ ਹੈਗਾ ਵਾ, ਯਾਨੀ ਕਿ ਵਰਕਿੰਗ ਇਨਵਾਇਰਮੈਂਟ ਕਿਹੜਾ, ਕਿ ਉੱਥੋਂ ਦੇ ਕੋਲੀਗਸ ਵਗੈਰਾ ਜਾਂ ਉੱਥੇ ਆਪਣਾ ਦਿਲ ਲੱਗਦਾ ਕਿ ਨਹੀਂ ਲੱਗਦਾ, ਲੋਕ ਕਿੱਦਾਂ ਦੇ ਆ, ਯਾਨੀ ਕਿ ਇਹ ਚੀਜ਼ਾਂ ਕਹਿੰਦੇ ਜ਼ਿਆਦਾ ਮਾਇਨੇ ਰੱਖਦੀਆਂ ਜੀ। ਕੁਝ ਲੋਕੀ ਤਾਂ ਕਹਿੰਦੇ ਆ ਜੀ ਕਿ ਜਦੋਂ ਤੁਸੀਂ ਜੌਬ ਚੂਜ਼ ਕਰਨ ਲੱਗੇ ਹੋ ਤਾਂ ਸੈਲਰੀ ਜ਼ਿਆਦਾ ਮਾਇਨੇ ਰੱਖਦੀ ਹੈ, ਬਾਕੀ ਚੀਜ਼ਾਂ ਕੋਈ ਨਾ ਹੋਣ ਚਾਹੇ ਨਾ ਹੋਣ ਕੋਈ ਫਰਕ ਨਹੀਂ ਪੈਂਦਾ। ਬਾਕੀ ਲੋਕੀ ਕਹਿੰਦੇ ਨਹੀਂ ਜੀ, ਜਿਹੜੀ ਚੀਜ਼ ਜ਼ਿਆਦਾ ਮਾਇਨੇ ਰੱਖਦੀ ਆ ਉਹ ਹੁੰਦੀ ਆ ਉੱਥੋਂ ਦਾ ਵਰਕਿੰਗ ਇਨਵਾਇਰਮੈਂਟ ਕਿੱਦਾਂ ਦਾ ਵਾ। ਸੋ ਆਪਾਂ ਡਿਸਕਸ ਬੋਥ ਵਿਊ ਕਰਨਾ ਵਾ ਤੇ ਖੁਦ ਦਾ ਵੀ ਆਪਾਂ ਕਿ ਪਰਸਪੈਕਟਿਵ ਰੱਖਣਾ ਕਿ ਆਪਾਂ ਕੀ ਮੰਨਦੇ। ਸੋ ਦੇਖੋ ਕੋਈ ਵੀ ਮੰਨ ਕੇ ਚੱਲੋ ਟਾਸਕ 2 ਕਰਨ ਤੋਂ ਪਹਿਲਾਂ ਮੈਂ ਕਿ ਡਿਜ਼ਾਈਨ ਕਰਦਾ ਹੁੰਨਾ ਜੀ, ਮੈਂ ਡਿਜ਼ਾਈਨ ਥੋੜਾ ਡੀਪ ਦੇ ਵਿੱਚ ਕਰਦਾ ਹੁੰਨਾ, ਬਟ ਤੁਹਾਨੂੰ ਮੈਂ ਇੱਥੇ ਮੇਨ ਪੁਆਇੰਟ ਹੀ ਲਿਖਤੇ, ਤਾਂ ਮੈਂ ਪੁਆਇੰਟ ਪਹਿਲਾਂ ਸੋਚਦਾ ਹੁੰਨਾ ਜੀ ਲਿਖਣ ਤੋਂ ਪਹਿਲਾਂ, ਡਿਜ਼ਾਈਨਿੰਗ ਕਰਦਾ ਹਾਂ। ਸੋ ਲੈਫਟ ਹੈਂਡ ਸਾਈਡ ਮੈਂ ਹਾਈ ਸੈਲਰੀ, ਕਿਉਂ ਕੁਝ ਲੋਕ ਹਾਈ ਸੈਲਰੀ ਨੂੰ ਪ੍ਰਾਇੋਰਟੀ ਦੇ ਰਹੇ ਆ, ਮੈਂ ਕਾਰਨ ਲਿਖਿਆ ਉਹਦੇ। ਰਾਈਟ ਹੈਂਡ ਸਾਈਡ ਤੇ ਕਿਉਂ ਕੁਝ ਲੋਕੀ ਕਹਿ ਰਹੇ ਆ ਕਿ ਜੋ ਵਰਕਿੰਗ ਇਨਵਾਇਰਮੈਂਟ ਹੁੰਦਾ ਵਾ ਤੇ ਉਹ ਜ਼ਿਆਦਾ ਮਾਇਨੇ ਰੱਖਦਾ ਵਾ। ਸੋ ਲੈਫਟ ਹੈਂਡ ਸਾਈਡ ਤੇ ਜਿਹੜੀ ਹਾਈ ਸੈਲਰੀ ਵਾਲੇ ਪਾਸੇ ਮੈਂ ਕਿਉਂ ਕਿਹਾ ਜੀ, ਦੇਖੋ ਕੁਝ ਲੋਕੀ ਸੈਲਰੀ ਨੂੰ ਤਾਂ ਜ਼ਿਆਦਾ ਪ੍ਰਾਇੋਰਟੀ ਦਿੰਦੇ ਹੋਣਗੇ ਕਿਉਂਕਿ ਹੁਣ ਜਿਹੜੀ ਹੁਣ ਹਾਈ ਲਿਵਿੰਗ ਕੋਸਟ ਹੈ, ਇਨਫਲੇਸ਼ਨ ਦਾ ਮਤਲਬ ਹੁੰਦਾ ਕਿ ਹੁਣ ਜੋ ਜਾਨੀ ਕਿ ਮਹਿੰਗਾਈ ਹੈਗੀ ਆ ਉਹ ਵੱਧ ਰਹੀ ਹੈ ਜੀ। ਮੈਂ ਜੋ ਜਾਨੀ ਕਿ ਵੋਕੈਬ ਉਹ ਪਹਿਲਾਂ ਹੀ ਸੋਚਣ ਦੀ ਕੋਸ਼ਿਸ਼ ਕਰਨਾ ਹੁੰਦਾ ਬਿਹਤਰ, ਤੇ ਮੈਂ ਇਹਦਾ ਸਿਨਮ ਵੀ ਪਹਿਲਾਂ ਹੀ ਸੋਚ ਲਿਆ। ਮੈਨੂੰ ਪਤਾ ਇਹ ਵਰਡ ਰੀਡਿੰਗ ਦੇ ਵਿੱਚ, ਸੌਰੀ ਰਾਈਟਿੰਗ ਦੇ ਵਿੱਚ ਮੇਰੇ ਤੋਂ 2 ਜਾਂ 3 ਵਾਰ ਰਿਪੀਟ ਹੋਇਆ ਨਾ, ਤੇ ਮੈਂ ਜਗ੍ਹਾ ਜਗ੍ਹਾ ਤੇ ਥੋੜੀ ਲਿਖ ਸਕਦਾ ਜੀ ਮਹਿੰਗਾਈ, ਹੁਣ ਮੈਂ ਜਗ੍ਹਾ ਜਗ੍ਹਾ ਤੇ ਵਰਡ ਥੋੜੀ ਲਿਖ ਸਕਦਾ ਇਨਫਲੇਸ਼ਨ, ਤਾਂ ਮੈਂ ਨਾਲ ਹੀ ਲਿਖ ਲਿਆ ਹਾਈ ਕਾਸਟ ਆਫ ਲਿਵਿੰਗ, ਸੌਖਾ ਕਰਕੇ ਲਿਖਤਾ ਹੈ। ਦੂਸਰਾ ਕੀ ਹੈ ਜੀ, ਦੂਸਰਾ ਮੈਂ ਇੱਥੇ ਚੂਜ਼ ਕੀਤਾ ਕਿ ਸੈਲਰੀ ਮੇਕਸ ਕਿ ਮੇਕਸ ਏ ਪਰਸਨ ਪ੍ਰੋਡਕਟਿਵ, ਸੈਲਰੀ ਜੋ ਹੈ ਉਹ ਪਰਸਨ ਕਿ ਪ੍ਰੋਡਕਟਿਵ ਬਣਾ ਦਿੰਦੀ। ਪ੍ਰੋਡਕਟਿਵ ਕਿਵੇਂ, ਮੈਂ ਉਹ ਤੁਹਾਨੂੰ ਮੈਂ ਜਾਨੀ ਕਿ BP ਦੇ ਵਿੱਚ ਸਮਝਾਉਂਗਾ। ਕੀ ਹੁੰਦਾ ਵਾ ਕਿ ਜਦੋਂ ਕਿਸੇ ਬੰਦੇ ਦੀ ਪੇ ਜ਼ਿਆਦਾ ਹੋਵੇ ਤਾਂ ਉਹ ਕੰਮ ਵੀ ਖੁਸ਼ ਹੋ ਕੇ ਕਰਦਾ ਵਾ, ਜਦੋਂ ਤੁਸੀਂ ਕਿਸੇ ਬੰਦੇ ਤੋਂ ਕੰਮ ਕਰਵਾਉਣਾ ਹੋਵੇ ਤੇ ਤੁਸੀਂ ਉਹਨੂੰ ਪੈਸੇ ਬਹੁਤ ਘੱਟ ਦਿਓ ਤੇ ਉਹ ਪਰਸਨ ਟਾਈਮ ਵੀ ਲਾਊਗਾ, ਛੇਤੀ ਕੰਮ ਵੀ ਨਹੀਂ ਕਰਨਾ, ਤੇ ਉਹ ਆਪਣੇ ਕੰਮ ਦੇ ਵਿੱਚ ਗਲਤੀਆਂ ਵੀ ਬਹੁਤ ਕਰੂਗਾ ਜੀ, ਕਿਉਂਕਿ ਉਹ ਖੁਸ਼ ਹੀ ਨਹੀਂ ਹੋਇਆ, ਕਿਉਂਕਿ ਉਹਨੂੰ ਪੈਸੇ ਘੱਟ ਮਿਲੇ ਉਹ ਕੰਮ ਦੇ। ਤੇ ਜੇ ਕਿਸੇ ਪਰਸਨ ਨੂੰ ਆਪਾਂ ਹਾਇਰ ਜ਼ਿਆਦਾ ਪੈਸਿਆਂ ਤੇ ਕਰੀਏ, ਪੈਸੇ ਜ਼ਿਆਦਾ ਦਈਏ, ਤਾਂ ਉਹ ਪਰਸਨ ਦੇ ਵਿੱਚ ਪ੍ਰੋਡਕਟਿਵਿਟੀ ਆਉਂਦੀ ਹੈ ਸੈਲਰੀ ਨੂੰ ਲੈ ਕੇ। ਤਾਂ ਇਹ ਆਪਾਂ ਦੇਖਾਂਗੇ ਮੈਂ ਕਿਵੇਂ ਬਾਅਦ ਚੋਂ ਲਿਖਿਆ ਜੀ। ਰਾਈਟ ਹੈਂਡ ਸਾਈਡ ਮੈਂ ਕੀ ਕਿਹਾ ਜੀ, ਦੇਖੋ ਵਰਕਿੰਗ ਇਨਵਾਇਰਮੈਂਟ ਨੂੰ ਕਿਉਂ ਲੋਕੀ ਕਹਿ ਰਹੇ ਵੀ ਉਹ ਜ਼ਿਆਦਾ ਮਾਇਨੇ ਰੱਖਦਾ। ਪਹਿਲਾ ਪੁਆਇੰਟ ਹੈ ਜੀ ਕਿ ਜੋ ਇੰਪਲੋਈਜ਼ ਹੁੰਦੇ ਆ ਜੀ ਤੇ ਉਹਨਾਂ ਨੂੰ ਯਾਨੀ ਕਿ ਕੋਲੀਗਸ ਤੋਂ ਸਹਾਇਤਾ ਮਿਲ ਜਾਂਦੀ। ਦੇਖੋ ਇੱਥੇ ਮੈਂ ਵਰਕ ਲਿਖਿਆ ਯਾਨੀ ਕਿ ਕੋਲੀਗ, ਯਾਨੀ ਕਿ ਆ ਜੋ ਵਰਡਸ ਆ ਮੈਂ ਕਾਫੀ ਇਹਦਾ ਚੇਂਜ ਕਰੂੰਗਾ ਐਸੇ ਦੇ ਵਿੱਚ, ਤਾਂ ਕੋਲੀਗ ਤੋਂ ਹੈਲਪ ਮਿਲ ਜਾਂਦੀ ਹੈ ਜੀ। ਦੇਖੋ ਜੇ ਉੱਥੇ ਆਪਾਂ ਵਰਕਿੰਗ ਇਨਵਾਇਰਮੈਂਟ ਨੂੰ ਦੇਖਾਂਗੇ, ਲੋਕ ਚੰਗੇ ਦੇਖਾਂਗੇ, ਤਾਂ ਆਪਣੇ ਕੰਮ ਦੇ ਵਿੱਚ ਹੈਲਪ ਮਿਲ ਸਕਦੀ ਹੈ ਜੀ। ਦੂਸਰੇ ਨੰਬਰ ਤੇ ਮੈਂ ਕੀ ਕਿਹਾ ਜੀ, ਦੂਸਰੇ ਨੰਬਰ ਤੇ ਮੈਂ ਕਿਹਾ ਬਈ ਜੇ ਇਨਵਾਇਰਮੈਂਟ ਸਪੋਰਟਿਵ ਨਾ ਹੋਵੇ ਤਾਂ ਜੀ ਫਿਰ ਕਾਫੀ ਹੈਲਥ ਪ੍ਰੋਬਲਮਸ ਵੀ ਹੋ ਜਾਂਦੀਆਂ, ਫਿਰ ਉੱਥੇ ਸੈਲਰੀ ਕੀ ਮਾਇਨੇ ਰੱਖੂਗੀ ਜੀ। ਯਾਨੀ ਕਿ ਜੇ ਉੱਥੋਂ ਦਾ ਵਰਕਿੰਗ ਇਨਵਾਇਰਮੈਂਟ ਹੀ ਚੰਗਾ ਨਾ ਹੋਵੇ, ਮੈਂ ਕਿਹਾ ਦੂਸਰੇ ਪੁਆਇੰਟ 'ਚ ਮੈਂ ਕਿਹਾ, ਤਾਂ ਮੈਂ ਕਿਹਾ ਪਰਸਨ ਨੂੰ ਹੈਲਥ ਪ੍ਰੋਬਲਮ ਹੋ ਜਾਣੀ ਹੈ ਜੀ, ਫਿਰ ਉੱਥੇ ਸੈਲਰੀ ਵੀ ਮਾਇਨੇ ਨਹੀਂ ਰੱਖਦੀ। ਤਾਂ ਮੈਂ ਜਾਨੀ ਕਿ ਲੈਫਟ ਹੈਂਡ ਸਾਈਡ ਤਾਂ ਮੈਂ ਕਿਹਾ ਹਾਈ ਸੈਲਰੀ, ਤੇ ਰਾਈਟ ਹੈਂਡ ਸਾਈਡ ਮੈਂ ਉੱਥੋਂ ਦਾ ਜੋ ਯਾਨੀ ਕਿ ਵਰਕਿੰਗ ਮਾਹੌਲ ਜੋ ਹੈਗਾ ਉਹ ਕਿੱਦਾਂ ਦਾ। ਚਲੋ ਆਪਾਂ ਹੁਣ ਦੇਖਦੇ ਹਾਂ ਜੀ। ਤਾਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਨੂੰ ਦੇਖਿਓ ਜੀ। ਸਭ ਤੋਂ ਪਹਿਲਾਂ ਪ੍ਰੋਡਕਟ ਨੂੰ ਆਪਾਂ ਦੇਖਦੇ ਸਟਰਕਚਰ ਕਿਹੜੀ ਆ, ਰੂਲ ਕਿਹੜਾ ਯੂਜ਼ ਕੀਤਾ। ਤਾਂ ਇਹਦੇ ਵਿੱਚ ਦੇਖੋ ਸਮ ਪੀਪਲ ਤੋਂ ਸ਼ੁਰੂ ਕੀਤਾ, ਬਾਅਦ ਚੋਂ ਬਲੀਵ ਲਾਇਆ ਹੋਇਆ, ਦੈਟ ਲਾ ਕੇ ਕਿਹਾ ਜੀ ਕਿ ਸੈਲਰੀ ਕਿ ਜ਼ਿਆਦਾ ਮਾਇਨੇ ਰੱਖਦੀ ਹੈ ਵੈਨ ਚੂਜ਼ਿੰਗ ਏ ਜੌਬ। ਬਾਅਦ ਚੋਂ ਇੱਕ ਸੈਕੰਡ ਸੈਂਟੈਂਸ ਤੋੜ ਕੇ ਲਿਖਿਆ ਹੋਇਆ
ਫਿਰ ਜਾਣੀ ਕਿ ਲਿਖਿਆ ਪਿਆ ਕਿ ਦੂਸਰੇ ਲੋਕੀ ਬਲੀਵ ਕਰਦੇ ਆ, ਫਿਰ ਦੈਟ ਲਾ ਕੇ ਫਿਰ ਸੇਮ। ਤਾਂ ਮੈਨੂੰ ਪਤਾ ਲੱਗ ਗਿਆ ਇੱਥੋਂ ਤਾਂ ਜੋ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਬਲੀਵ ਬਾਅਦ ਚੋਂ ਦੈਟ ਤੇ ਦੈਟ ਬਾਅਦ ਚੋਂ ਸੇਮ ਸਟਰਕਚਰ ਫੋਲੋ ਤੇ ਬਾਅਦ ਚੋਂ ਸੇਮ ਸਟਰਕਚਰ ਫੋਲੋ ਜੀ। ਤਾਂ ਇਸਦਾ ਮਤਲਬ ਹੁਣ ਮੈਂ ਸਿਨੋਨਿਮ ਚੇਂਜ ਕਰਨ ਦੇ ਨਾਲ ਨਾਲ ਸਟਰਕਚਰ ਵੀ ਚੇਂਜ ਕਰੂੰਗਾ ਜੀ। ਤੇ ਜਿਹੜੀ ਮੇਨ ਮੈਂ ਤੁਹਾਨੂੰ ਚੀਜ਼ ਕਹਿ ਰਿਹਾ ਸੀਗਾ ਜੀ, ਮੈਂ ਆਪਣੇ ਮਾਈਂਡ ਦੇ ਵਿੱਚ ਪਹਿਲਾਂ ਹੀ ਵਰਡ ਸੋਚ ਲੈਣਾ ਹੁੰਨਾ ਵਾ ਟਾਸਕ ਕਰਨ ਤੋਂ ਕਿ ਮੈਨੂੰ ਕਿਹੜਿਆਂ ਦੀ ਲੋੜ ਪਊਗੀ। ਹਾਈ ਸੈਲਰੀ ਨੂੰ ਮੈਂ ਕਿਹੜੇ ਸੋਚਣਗੀ। ਦੇਖੋ ਹਾਈ ਸੈਲਰੀ ਹੋ ਗਿਆ, ਹਾਈ ਵੇਜ ਹੋ ਗਿਆ, ਫਿਰ ਹੈਂਡਸਮ ਸੈਲਰੀ ਵੀ ਕਹਿ ਸਕਦੇ ਆ ਜੀ, ਹੈਂਡਸਮ ਸੈਲਰੀ। ਤਾਂ ਇਹ ਤਿੰਨੇ ਆਪਾਂ ਯੂਜ਼ ਕਰਾਂਗੇ। ਫਿਰ ਬੈਟਰ ਲਾਈਫ ਕੁਆਲਿਟੀ, ਕੋਲੋਕੇਸ਼ਨ ਸੋਚੀ ਮੈਂ ਆਪਣੇ ਮਾਈਂਡ 'ਚ ਪਹਿਲਾਂ ਹੀ, ਬੈਟਰ ਲਾਈਫ ਕੁਆਲਿਟੀ। ਤੀਸਰੀ ਕੋਲੋਕੇਸ਼ਨ ਕਿ ਜੋ ਆਪਣੇ ਨੇ ਕਿ ਘਰਾਂ ਦੇ ਖਰਚੇ ਹੁੰਦੇ ਆ, ਤਾਂ ਮੈਂ ਸੋਚਿਆ ਹਾਊਸ ਹੋਲਡ ਐਕਸਪੈਂਡਿਚਰਸ, ਇਹ ਮੈਂ ਕੋਲੋਕੇਸ਼ਨ ਨੈਕਸਟ ਸੋਚਿਆ। ਫਿਰ ਉਹਨਾਂ ਨੇ ਆਪਾਂ ਨੂੰ ਦਿੱਤਾ ਹੋਇਆ ਸੀ ਕਿ ਗੁੱਡ ਵਰਕਿੰਗ ਇਨਵਾਇਰਨਮੈਂਟ, ਉਹਦੇ ਮੈਂ ਸਿਨੋਨਿਮ ਕਾਫੀ ਜ਼ਿਆਦਾ ਸੋਚ ਲਏ ਜੀ। ਆਪਾਂ ਉਹਨੂੰ ਕੋਆਪਰੇਟਿਵ ਕਹਿ ਸਕਦੇ ਆ, ਫਰੈਂਡਲੀ ਇਨਵਾਇਰਨਮੈਂਟ ਕਹਿ ਸਕਦੇ ਆ, ਸਪੋਰਟਿਵ ਕਹਿ ਸਕਦੇ ਆ, ਤੇ ਪੋਜ਼ਿਟਿਵ ਤੇ ਆਪਟੀਮਿਸਟਿਕ ਕਹਿ ਸਕਦੇ ਆ। ਆਹ ਸਾਰੀਆਂ ਪੋਸੀਬਿਲਿਟੀਜ਼ ਮੈਂ ਆਪਣੇ ਮਾਈਂਡ 'ਚ ਸੋਚ ਲਈਆਂ ਪਹਿਲਾਂ ਹੀ। ਤੇ ਸਾਰੀਆਂ ਟਾਰਗੇਟ ਕਿਹਨੂੰ ਕਰ ਰਹੀਆਂ, ਜਦੋਂ ਇਹ ਮੈਂ ਬੀਪੀ ਦੇ ਵਿੱਚ ਲਿਖੂੰਗਾ ਤਾਂ ਲੈਕਸੀਕਲ ਰਿਸੋਰਸਸ ਜਿਹੜੇ ਹੈਗੇ ਆ ਉਹ ਕਾਫੀ ਜ਼ਿਆਦਾ ਤਾਂ ਜਾ ਵੜਨੇ ਆ ਜੀ। ਕਿਉਂਕਿ ਹਲੇ ਜਸਟ ਮੈਂ ਕੱਲੇ ਸੋਚਿਆ, ਹਲੇ ਮੈਂ ਸੈਂਟੈਂਸਸ ਦੇ ਵਿੱਚ ਹਜੇ ਮੈਂ ਤੁਹਾਨੂੰ ਸ਼ੋਅ ਨਹੀਂ ਕੀਤੇ ਵੀ ਲਿਖੇ ਕਿੱਦਾਂ ਵਾ। ਨੈਕਸਟ ਕੋਲੋਕੇਸ਼ਨ ਸੀਗਾ ਕਾਸਟ ਆਫ ਲਿਵਿੰਗ। ਤੇ ਨੈਕਸਟ ਉਹਨਾਂ ਨੇ ਆਪਾਂ ਨੂੰ ਕਿਹਾ, ਜਿਹੜਾ ਉਹਨਾਂ ਨੇ ਕਿਹਾ ਜੀ ਇਹ ਜ਼ਿਆਦਾ ਵੱਡਾ ਫੈਕਟਰ ਆ, ਤਾਂ ਮੈਂ ਉਹਨਾਂ ਨੂੰ ਯਾਨੀ ਕੀ ਕਹਿਤਾ, ਜਾਨੀ ਕਿ ਆਹ 3 ਵਰਡ ਮੈਂ ਸੋਚ, ਮੋਸਟ ਸਿਗਨੀਫੀਕੈਂਟ ਥਿੰਗ ਸੋਚ ਲਿਆ। ਫਿਰ ਮੇਨ ਕੰਸੀਡਰੇਸ਼ਨ, ਫੈਕਟਰ ਦਾ ਸਿਨੋਨਿਮ ਮੈਂ ਸੋਚ ਲੈਣੀ ਕਿ ਕੰਸੀਡਰੇਸ਼ਨ। ਤਾਂ ਇਹ ਚੀਜ਼ਾਂ ਨੂੰ ਵੀ ਮੈਂ ਵੈਰੀ ਕਰੂੰਗਾ। ਤਾਂ ਚਲੋ ਜੀ ਆਪਾਂ ਹੁਣ ਚੱਲਦੇ ਹਾਂ ਜੀ। ਤਾਂ ਆਪਾਂ ਦੇਖਦੇ ਕਿ ਜੋ ਇੰਟਰੋਡਕਸ਼ਨ ਲਿਖੀ ਹੈ ਜੀ ਉਹ ਕਿੱਦਾਂ ਲਿਖੀ ਹੈ ਜੀ। ਹਾਂਜੀ, ਤਾਂ ਧਿਆਨ ਨਾਲ ਦੇਖਿਓ ਜੀ, ਮੈਂ ਜਾਨੀ ਕਿ ਵੌਇਸ ਫਾਰਮੇਸ਼ਨ ਦੇ ਵਿੱਚ ਲਿਖੀ ਹੈ ਜੀ। ਹਾਲਾਂਕਿ ਮੈਂ ਇਹ ਜੋ ਟਾਸਕ 2 ਲਿਖਿਆ ਵਾ ਇਹ ਕਾਫੀ ਟਾਈਮ ਪਹਿਲਾਂ ਦਾ ਲਿਖਿਆ ਵਾ, ਹੁਣ ਇਹਦੇ ਵਿੱਚ ਮੈਂ ਚਾਹਾਂ ਤਾਂ ਹੋਰ ਚੇਂਜਸ ਕਰ ਸਕਦਾ ਵਾ। ਤਾਂ ਕਹਿੰਦੇ ਹਾਈ ਵੇਜ਼ ਜਿਹੜੀ ਹੈਗੀ ਹੈ ਉਹ ਮੰਨੀ ਜਾਂਦੀ ਹੈ। ਧਿਆਨ ਨਾਲ ਦੇਖਿਓ, ਇੱਥੇ ਮੈਂ ਵੌਇਸ ਫਾਰਮੇਸ਼ਨ ਲਈ ਹੈ। ਹਾਈ ਵੇਜ਼ ਮੈਂ ਕਿਹਾ ਮੰਨੀ ਜਾਂਦੀ, ਕੀ ਮੰਨੀ ਜਾਂਦੀ ਆ, ਮੋਸਟ ਸਿਗਨੀਫੀਕੈਂਟ ਕੰਸੀਡਰੇਸ਼ਨ। ਉਹਨਾਂ ਨੇ ਕਿਹਾ ਸੀਗਾ ਇਹਨਾਂ ਨੇ ਜਾਨੀ ਕਿ ਮੇਨ ਫੈਕਟਰ। ਧਿਆਨ ਨਾਲ ਦੇਖਿਓ, ਮੇਨ ਫੈਕਟਰ ਨੂੰ ਪੈਰਾਫਰੇਜ਼ ਕਿਵੇਂ ਕੀਤਾ, ਮੋਸਟ ਸਿਗਨੀਫੀਕੈਂਟ ਕੰਸੀਡਰੇਸ਼ਨ। when it comes to job, ਸਟੇਟਮੈਂਟ ਨੇ ਕਿਹਾ ਸੀਗਾ when choosing a job, ਮੈਂ ਕਹਤਾ when it comes to job। ਹੁਣ ਮੈਂ ਇੱਥੇ ਸਿੰਗਲ ਸੈਂਟੈਂਸ ਲਿਖਿਆ, ਹੁਣ ਬਾਅਦ ਚੋਂ ਮੈਂ ਲਿਖਿਆ ਬਾਅਦ ਵਾਲਾ ਸੈਂਟੈਂਸ ਮੈਂ ਬ੍ਰੇਕ ਕੀਤਾ। ਬਟ ਜੇ ਆਪਾਂ ਇਹਨੂੰ ਹੋਰ ਜ਼ਿਆਦਾ ਜਾਨੀ ਕਿ ਲੈਵਲ ਤੇ ਮੋਡੀਫਾਈ ਕਰਨਾ ਹੋਵੇ ਤਾਂ ਮੈਂ ਇਹਨੂੰ ਕੱਟ ਦੂੰਗਾ ਜੀ। ਮੈਂ ਇੱਥੇ ਸਾਈਨ ਪਾ ਦੂ ਜੀ, ਆਹ ਵਾਲਾ ਸਾਈਨ, ਤੇ ਆਹ ਫੁੱਲ ਸਟਾਪ ਵੀ ਕਰ ਦੂੰਗਾ ਜੀ। ਮੇਰੇ ਕਹਿਣ ਦਾ ਮਤਲਬ ਕਿ ਮੈਂ ਆਹ ਫੁੱਲ ਸਟਾਪ ਨੂੰ ਵੀ ਖਤਮ ਕਰਤਾ, ਇਹਨੂੰ ਵੀ ਖਤਮ ਕਰਤਾ, ਇੱਥੇ ਮੈਂ ਆ ਇੱਕ ਸਾਈਨ ਪਾਤਾ ਤੇ ਇਹ ਸੈਂਟੈਂਸ ਵਿੱਚ ਹੀ ਮਰਜ ਹੋ ਗਿਆ। ਹੁਣ ਥੋੜਾ ਜਿਆਦਾ ਵਧੀਆ। ਹਾਊਐਵਰ, ਤੇ ਆ ਜਿਹੜਾ ਮੈਂ ਜਾਨੀ ਕਿ ਵਰਡ ਖਤਮ ਕੀਤਾ ਹੈ, ਮੈਂ ਹੁਣ ਗਾਂ ਲਿਜਾ ਕੇ ਲਾ ਦੂੰਗਾ ਜੀ। ਹਾਲੋ ਜੀ, ਆ ਮੈਂ ਇੱਥੇ ਲਾਤਾ। ਤਾਂ ਮੈਂ ਕਹਿੰਦਾ ਹਾਈ ਵੇਜ਼ ਕੰਸੀਡਰਡ ਕੀਤੀ ਜਾਂਦੀ ਆ, ਮੋਸਟ ਸਿਗਨੀਫੀਕੈਂਟ ਕੰਸੀਡਰੇਸ਼ਨ when it comes to job, ਜਦੋਂ ਜੌਬ ਦੀ ਗੱਲ ਆਉਂਦੀ ਆ। ਹਾਊਐਵਰ ਵਿੱਚ ਹੀ ਮਰਜ ਕਰਤਾ ਮੈਂ। ਦੂਸਰੇ ਮੈਂ ਕਿਹਾ ਸੋਚਦੇ ਆ ਜੀ। ਦੇਖੋ ਪਹਿਲਾਂ ਮੈਂ ਕੰਸੀਡਰ ਕਿਹਾ, ਬਾਅਦ ਚੋਂ ਮੈਂ ਥਿੰਕ ਕਹਿਤਾ। ਸਟੇਟਮੈਂਟ ਨੇ ਬਲੀਵ ਕਿਹਾ ਸੀਗਾ ਜੀ, ਮੈਂ ਦੋਨੇ ਬਦਲਤੇ, ਰੈਪੀਟੀਸ਼ਨ ਨਹੀਂ ਕੀਤੀ। ਦੂਸਰੇ ਸੋਚਦੇ ਆ ਕਿ ਦੇਖੋ ਹੁਣ ਮੈਂ ਇੱਕ ਹੋਰ ਸਿਨੋਨਿਮ ਲਾਤਾ ਕਿ ਜੋ ਯਾਨੀ ਕਿ ਗੁੱਡ ਐਟਮੋਸਫੀਅਰ, ਜੋ ਵਰਕਿੰਗ ਪਲੇਸ ਹੁੰਦੀ ਹੈ, ਗੁੱਡ ਐਟਮੋਸਫੀਅਰ ਵਰਕਿੰਗ ਪਲੇਸ ਸ਼ੁੱਡ ਬੀ ਫਸਟ ਪ੍ਰਾਇੋਰਟੀ। ਕੁਝ ਲੋਕੀ ਸੋਚਦੇ ਆ ਕਿ ਫਸਟ ਪ੍ਰਾਇੋਰਟੀ ਕਿਹਨੂੰ ਹੋਣੀ ਚਾਹੀਦੀ ਆ, ਜੋ ਉੱਥੋਂ ਦੀ ਜਾਨੀ ਕਿ ਵਰਕਿੰਗ ਪਲੇਸ ਆ। ਤਾਂ ਇਹ ਹੁਣ ਮੈਂ ਇੱਥੋਂ ਤੱਕ ਪੈਰਾਫਰੇਜ਼ ਕਰਤੀ। ਹੁਣ ਮੈਂ ਆਪਣੀ ਸਾਈਡ ਲੈਣ ਲੱਗਾ ਜੀ। ਸਾਈਡ ਮੈਂ ਕੀ ਲਈ ਜੀ, ਮੈਂ ਕਿਹਾ ਕਿ ਜੋ ਜਾਨੀ ਕਿ ਮੇਰਾ ਓਪੀਨੀਅਨ ਆ, ਤਾਂ ਮੈਂ ਕੀ ਮੰਨਦਾ ਵਾਂ ਕਿ ਜੋ ਜਾਨੀ ਕਿ ਕੋਆਪਰੇਟਿਵ ਤੇ ਪੋਜ਼ਿਟਿਵ ਵਰਕ ਪਲੇਸ ਹੁੰਦੀ ਆ, ਉਹ ਮੈਂ ਕਿਹਾ ਮੋਸਟ ਸਿਗਨੀਫੀਕੈਂਟ ਚੀਜ਼ ਆ ਜੀ ਕਿਹਦੇ ਵਿੱਚ, ਜੌਬ ਮਾਰਕੀਟ ਦੇ ਵਿੱਚ। ਇਹ ਮੈਂ ਆਪਣੀ ਇੱਥੇ ਸਾਈਡ ਲੈ ਲਈ। ਹੁਣ ਇਹ ਚੀਜ਼ ਨੂੰ ਬਿਹਤਰ ਥੋੜਾ ਜਿਹਾ ਹੋਰ ਕੀਤਾ ਜਾ ਸਕਦਾ ਸੀਗਾ ਜੀ।
ਮੈਂ ਇਹਨੂੰ ਥੋੜਾ ਜਿਹਾ ਵਧਾ ਸਕਦਾ ਸੀ ਕਿ ਮੈਂ ਜਿਹੜੇ ਜੋ ਨੀਚੇ ਵਾਲੇ ਪੈਰਾਗ੍ਰਾਫਸ ਆ ਉਹਨਾਂ ਦੇ ਵਿੱਚ ਮੈਂ ਦੋਨੇ ਸਾਈਡਸ ਨੂੰ ਡਿਸਕਸ ਕਰੂੰਗਾ ਜੀ, ਪਰ ਮੈਂ ਇੱਥੇ ਆਪਣੀ ਸਾਈਡ ਲੈ ਕੇ ਬਸ ਛੱਡਤਾ ਜੀ। ਤਾਂ ਇਹ ਆਪਾਂ ਦੇਖਿਆ ਕਿ ਮੈਂ ਵੌਇਸ ਫਾਰਮੇਸ਼ਨ ਲਾਤੀ, ਫਿਰ ਹਾਊ ਐਵਰ ਨੂੰ ਵਿੱਚ ਮਰਜ ਕਰਤਾ ਜੀ, ਤਾਂ ਪੈਰਾਫਰੇਜ਼ ਮੈਂ ਕਰਤਾ ਜੀ। ਤਾਂ ਹੁਣ ਜਿਹੜਾ ਪਹਿਲਾ ਬੀਪੀ ਹੈ ਜੀ, ਉਹ ਪਹਿਲਾ ਬੀਪੀ ਹੈਗਾ ਵਾ ਮੇਰਾ ਸੈਲਰੀ ਦੇ ਉੱਪਰ, ਕਿ ਜਿਹੜੇ ਲੋਕੀ ਸੈਲਰੀ ਨੂੰ ਜ਼ਿਆਦਾ ਪ੍ਰਾਇੋਰਟੀ ਦੇ ਰਹੇ ਆ, ਰੀਜ਼ਨ ਕੀ ਹੈ ਜੀ। ਤਾਂ ਦੇਖੋ ਇੱਥੇ ਮੇਨ ਚੀਜ਼ ਹੈ, ਮੈਂ ਇੱਥੋਂ ਸਟਾਰਟ ਕੀਤੀ ਹੈ ਜੀਰੰਡ ਤੋਂ, ਆਪਾਂ ਨਾਲ ਨਾਲ ਚੀਜ਼ਾਂ ਦੇਖਾਂਗੇ ਜੀ। ਆਹ ਵਾਲੀਆਂ ਚੀਜ਼ਾਂ ਲੈਕਸੀਕਲ ਰਿਸੋਰਸਸ, ਕੋਰੈਂਸ ਕੁਇਜ਼ਨ, GRE, ਤੇ ਇੱਥੇ ਆਪਣਾ ਹੋ ਗਿਆ ਟਾਸਕ ਰਿਸਪੌਂਸ। ਤਾਂ ਲੈਕਸੀਕਲ ਰਿਸੋਰਸਸ ਮੈਂ ਸਟਾਰਟਿੰਗ ਦੇ ਵਿੱਚ ਥੋੜੇ ਜਿਹੀਆਂ ਜੋ ਟਰਮ ਸੀ ਉਹ ਮੈਂ ਕਿ ਬਦਲ ਕੇ ਸ਼ੋ ਕੀਤੀਆਂ। ਤਾਂ ਹੁਣ ਮੈਂ BP1 ਸਟਾਰਟ ਕੀਤਾ, ਪ੍ਰੈਫਰਿੰਗ ਹਾਈ ਸੈਲਰੀ, ਹਾਈ ਸੈਲਰੀ ਨੂੰ ਪ੍ਰੈਫਰੈਂਸ ਦੇਣਾ। ਹਾਂਜੀ, ਬਾਕੀ ਫੈਕਟਰਸ ਤੋਂ ਤਾਂ, ਯਾਨੀ ਕਿ ਬਾਕੀ ਫੈਕਟਰਸ ਤੋਂ ਤਾਂ ਜਾ ਕੇ ਹਾਈ ਸੈਲਰੀ ਨੂੰ ਯਾਨੀ ਕਿ ਪ੍ਰੈਫਰੈਂਸ ਦੇਣਾ। ਹੈਜ਼ ਸੈਵਰਲ ਬੈਨੀਫਿਟਸ, ਇਹਦੇ ਮੈਂ ਕਿਹਾ ਜੀ ਕਾਫੀ ਜ਼ਿਆਦਾ ਬੈਨੀਫਿਟਸ ਆ। ਕਹਿਣ ਦਾ ਮਤਲਬ ਵੀ ਤਾਂ ਲੋਕੀ ਇਹ ਚੀਜ਼ ਕਰਦੇ, ਜਾਂ ਇੱਥੇ ਮੈਂ ਬੈਨੀਫਿਟ ਦੀ ਜਗ੍ਹਾ ਤੇ ਰੀਜ਼ਨਸ ਵੀ ਲਿਖ ਸਕਦਾ ਜੀ। ਰੀਜ਼ਨਸ ਲਿਖਾਂ ਤਾਂ ਬੜੀ ਵਧੀਆ ਗੱਲ, ਨਾਲ ਨਾਲ ਆਪਾਂ ਨੂੰ ਮੋਡੀਫਾਈ ਕਰਾਂਗੇ। ਇਹ ਜੋ ਟਾਸਕ ਮੈਂ ਲਿਖਿਆ ਵਾ, ਤੇ ਟਾਸਕ ਮੈਂ ਲਿਖਿਆ ਸੀਗਾ ਯਾਨੀ ਕਿ 2020 ਦੇ ਵਿੱਚ ਲਿਖਿਆ ਸੀਗਾ ਜੀ, ਕਮ ਸੇ ਕਮ ਯਾਨੀ ਕਿ ਮਈ ਜੂਨ ਦੇ ਮਹੀਨੇ ਲਿਖਿਆ ਸੀਗਾ, 2 ਸਾਲ ਪਹਿਲਾਂ ਅੱਜ। ਤਾਂ ਹੁਣ ਆਪਾਂ ਨੂੰ ਹੋਰ ਮੋਡੀਫਾਈ ਕਰਾਂਗੇ, ਤੇ ਕਹਿੰਦੇ ਪ੍ਰੈਫਰਿੰਗ ਹਾਈ ਸੈਲਰੀ, ਹਾਈ ਸੈਲਰੀ ਨੂੰ ਪ੍ਰੈਫਰ ਕਰਨਾ ਜੀ। ਉਹ ਕਹਿੰਦੇ ਕਿ ਬਾਕੀ ਫੈਕਟਰਾਂ ਤੋਂ ਤਾਂ, ਇਹਦੇ ਕਾਫੀ ਰੀਜ਼ਨ ਹੋ ਸਕਦੇ ਆ ਜੀ। ਮੈਂ ਕਿਹਾ ਤਾਂ ਹੁਣ ਜਾ ਕੇ ਤੁਸੀਂ ਦੇਖਿਓ ਕਿ ਮੈਂ ਜੋ ਕਨੈਕਟਰ ਲਾਏ ਆ ਉਹ ਕਿਹੜੇ ਆ ਜੀ। ਤੁਸੀਂ ਜੇ ਪਹਿਲੇ ਬੀਪੀ ਚ ਕਨੈਕਟਰ ਨੋਟ ਕਰਿਓ, ਤਾਂ ਨੈਕਸਟ ਮੇਰਾ ਕਨੈਕਟਰ ਆ ਜੀ, ਇਟ ਇਜ਼ ਅ ਮੈਟਰ ਆਫ ਫੈਕਟ ਦੈਟ। ਇਹਦਾ ਮਤਲਬ ਕੀ ਹੁੰਦਾ ਕਿ ਜੀ ਰਿਐਲਿਟੀ ਮੈਂ ਕਿਹਾ ਕੀ ਹੈ ਜੀ। ਇਹਦਾ ਮਤਲਬ ਹੁੰਦਾ ਕਿ ਜੋ ਰਿਐਲਿਟੀ ਦੇ ਵਿੱਚ ਗੱਲ ਆ। ਤਾਂ ਮੈਂ ਕਿਹਾ ਦੇਖੋ ਰਿਐਲਿਟੀ ਦੇ ਵਿੱਚ ਗੱਲ ਕੀ ਆ, ਕਾਸਟ ਆਫ ਲਿਵਿੰਗ ਜਿਹੜੀ ਹੈਗੀ ਆ ਤੇ ਉਹ ਜੀ ਵੱਧਦੀ ਜਾ ਰਹੀ ਹੈ। ਜਿਹੜੀ ਕਾਸਟ ਆਫ ਲਿਵਿੰਗ ਹੈਗੀ ਆ ਉਹ ਜਾਨੀ ਕਿ ਵੱਧ ਰਹੀ ਹੈ ਜੀ ਰੈਪਿਡਲੀ, ਨਾਲ ਇੱਕ ਮੋਡੀਫਾਇਰ ਲਾਤਾ ਜੀ, ਧਿਆਨ ਨਾਲ ਦੇਖਿਓ। ਕਾਸਟ ਆਫ ਲਿਵਿੰਗ ਇਜ਼ ਇਨਕਰੀਜ਼ਿੰਗ ਰੈਪਿਡਲੀ ਡਿਊ ਟੂ, ਕਾਰਨ ਕੀ ਹੈ ਜੀ ਉਹਦਾ, ਇੱਥੇ ਮੈਂ ਕੋਲੋਕੇਸ਼ਨ ਲਾਈ ਜੀ, ਕੋਲੋਕੇਸ਼ਨ ਲਾਈ ਜੀ। ਮੈਂ ਕਿਹਾ ਜੋ ਕਾਸਟ ਆਫ ਲਿਵਿੰਗ ਆ ਜਾਨੀ ਕਿ ਰੈਪਿਡਲੀ ਵੱਧਦੀ ਜਾ ਰਹੀ ਹੈ, ਕਿਹਦੇ ਕਰਕੇ ਵੱਧਦੀ ਜਾ ਰਹੀ ਆ, ਜੋ ਮਹਿੰਗਾਈ ਹੈਗੀ ਆ। ਤੇ ਜਾਨੀ ਕਿ ਉਹ ਹੈ ਵੀ ਕਿਹੜੀ ਮਹਿੰਗਾਈ, ਜਿਹੜੀ ਯਾਨੀ ਕਿ ਨਾ ਰੁਕਣ ਯੋਗ ਆ, ਜਿਹੜੀ ਰੋਕੀ ਨਹੀਂ ਰਹੇਗੀ ਜੀ। ਤਾਂ ਮੂਹਰੇ ਮੈਂ ਵਰਡ ਨੂੰ ਇੱਕ ਮੋਡੀਫਾਇਰ ਲਾਤਾ ਜੀ, ਤੁਸੀਂ ਇਹਨੂੰ ਨੋਟ ਸਟਾਪੇਬਲ ਵੀ ਕਹਿ ਸਕਦੇ ਸੀਗੇ, ਜਾਂ ਇਹਨੂੰ ਅਨਸਟਾਪੇਬਲ ਕਹੋ ਤਾਂ ਬਾਲੀ ਵਧੀਆ ਗੱਲ ਹੈ ਜੀ। ਤਾਂ ਮੈਂ ਕਿਹਾ ਜੀ ਕਾਸਟ ਆਫ ਲਿਵਿੰਗ ਵੱਧਦੀ ਜਾ ਰਹੀ ਆ, ਕਾਰਨ ਮੇਨ ਦੱਸਿਆ ਕਿ ਦਿਨੋਂ ਦਿਨ ਜੋ ਯਾਨੀ ਕਿ ਮਹਿੰਗਾਈ ਹੈਗੀ ਆ, ਮੈਂ ਕਿਹਾ ਰੁਕਣ ਦਾ ਨਾਮ ਨਹੀਂ ਲੈ ਰਹੀ। ਸੋ ਹੁਣ ਇੱਥੇ ਧਿਆਨ ਨਾਲ ਦੇਖੋ, ਤਾਂ ਮੈਂ ਹਾਲੇ ਤੱਕ ਸਿਰਫ ਸਟਾਰਟਿੰਗ ਤੇ ਸਿਰਫ ਇੱਕ ਜੀਰੈਂਡ ਲਾਇਆ, ਸੈਂਟੈਂਸ ਨੂੰ ਮੈਂ ਕੰਟਰੋਲ ਕੀਤਾ। ਦੂਸਰੇ ਵਾਲੇ ਚ ਸਿਰਫ ਮੈਂ ਕੰਪਾਊਂਡ ਸੈਂਟੈਂਸ ਲਾਇਆ ਜੀ ਹਲੇ ਤੱਕ, ਸੋ ਲਾਇਆ ਤੇ ਮੂਰੇ ਕੋਮਾ, ਦੇਖੋ ਮੂਰੇ ਕੋਮਾ ਲੱਗਣਾ ਚਾਹੀਦਾ ਸੀ, ਮੈਂ ਲਾਇਆ ਸੋ। ਤਾਂ ਕਰਕੇ ਮੈਂ ਕਿਹਾ ਪਹਿਲੀ ਲਾਈਨ ਕੀ ਹੈ, ਕਾਸਟ ਆਫ ਲਿਵਿੰਗ ਵੱਧਦੀ ਜਾ ਰਹੀ ਹੈ ਕਿਉਂਕਿ ਮਹਿੰਗਾਈ ਦਿਨੋਂ ਦਿਨ ਮੈਂ ਕਿਹਾ ਰੁਕਣ ਦਾ ਨਾਮ ਨਹੀਂ ਲੈ ਰਹੀ। ਸੋ ਮੈਂ ਕਿਹਾ ਇਟ ਹੈਜ਼ ਬੀਨ ਡਿਫਿਕਲਟ, ਮੈਂ ਕਿਹਾ ਜੀ ਇਹ ਬਹੁਤ ਜ਼ਿਆਦਾ ਡਿਫਿਕਲਟ ਹੋ ਚੁੱਕਾ ਵਾ ਫॉर ਏ ਕਾਮਨ ਪਰਸਨ, ਵੀ ਇੱਕ ਕਾਮਨ ਪਰਸਨ ਦੇ ਲਈ ਟੂ ਮੀਟ ਬੋਥ ਹੈਂਡਸ। ਮੀਟ ਬੋਥ ਹੈਂਡਸ ਇੱਕ ਫਰੇਜ਼ ਆ ਜਿਹਦਾ ਮਤਲਬ ਹੈਗਾ ਯਾਨੀ ਕਿ ਗੁਜ਼ਾਰਾ ਕਰਨਾ। ਟੂ ਮੀਟ ਬੋਥ ਹੈਂਡਸ ਦਾ ਮਤਲਬ ਹੁੰਦਾ ਕਿ ਗੁਜ਼ਾਰਾ ਕਰਨਾ ਜੀ। ਤਾਂ ਮੈਂ ਕਿਹਾ ਜੀ ਫਿਰ ਇੱਕ ਯਾਨੀ ਕਿ ਕਾਮਨ ਪਰਸਨ ਦੇ ਲਈ ਬਹੁਤ ਡਿਫਿਕਲਟ ਹੋ ਚੁੱਕਾ ਵਾ ਕਿ ਉਹ ਯਾਨੀ ਕਿ ਗੁਜ਼ਾਰਾ ਕਰ ਸਕੇ ਜੀ। ਫਿਰ ਮੈਂ ਹੁਣ ਨਾਲ ਹੀ ਦੱਸਿਆ ਜੀ, ਮੈਂ ਕਿਹਾ ਟੇਕ ਇੰਡੀਆ, ਧਿਆਨ ਨਾਲ ਦੇਖਿਓ, ਮੈਂ ਆਪਣੀ ਖੁਦ ਦੀ ਕੰਟਰੀ ਲਈ ਮੈਂ ਕਿਹਾ ਟੇਕ ਇੰਡੀਆ, ਤੇ ਨਾਲ ਹੀ ਮੈਂ ਇੱਥੇ ਧਿਆਨ ਨਾਲ ਦੇਖਿਓ ਜੀ। ਹੁਣ ਆਪਾਂ ਲਿਖਦੇ ਹੁੰਦੇ ਆ ਜੀ, ਤੁਸੀਂ ਲਿਖਦੇ ਹੁੰਦੇ ਹੋ ਮੰਨ ਲਓ ਟੇਕ ਕੈਨੇਡਾ, ਨਾਲ ਹੀ ਲਿਖਦੇ ਹੁੰਦੇ ਹੋ ਯਾਨੀ ਕਿ ਐਗਜ਼ਾਮਪਲ, ਕੋਮਾ ਪਾ ਕੇ ਤੁਸੀਂ ਬਾਅਦ ਚ ਸਰ ਕੋਲ ਲਿਖ ਦਿਓ। ਮੈਂ ਇੱਥੋਂ ਸਪਲਿਟ ਕਰ ਲਿਆ ਜੀ, ਮੈਂ ਯਾਨੀ ਕਿ ਟੇਕ ਇੰਡੀਆ ਤੋਂ ਬਾਅਦ ਚ ਸਪਲਿਟ ਕਰ ਲਿਆ, ਰੈਸਟ ਆਫ ਦੇ ਵਰਡ ਮੇਰੇ ਗਾਂਹ ਲਿਜਾ ਕੇ ਲਾਏ ਪਏ ਆ ਜੀ। ਆ ਦੇਖੋ ਜਿਹੜੀ ਫੋਰ ਐਗਜ਼ਾਮਪਲ ਸੀ ਉਹ ਮੈਂ ਕੋਮਿਆਂ ਦੇ ਵਿੱਚ ਰੱਖੀ ਹੋਈ ਹੈ ਜੀ, ਧਿਆਨ ਨਾਲ ਦੇ ਆਹ ਵਾਲੀ ਚ। ਤਾਂ ਮੈਂ ਕੀ ਕਿਹਾ ਜੀ, ਮੈਂ ਕਿਹਾ ਟੇਕ ਇੰਡੀਆ, ਇੰਡੀਆ ਨੂੰ ਹੀ ਲੈ ਲਓ ਜੀ। ਮੈਂ ਕਿਹਾ ਓਕੇ, ਜਿੱਥੇ ਕਿ ਮੈਂ ਕਿਹਾ ਜਿੱਥੇ ਯਾਨੀ ਕਿ ਪੀਪਲ ਮੋਸਟਲੀ ਪ੍ਰਾਇੋਰਟਾਈਜ਼, ਆਹ ਵਰਡ ਮੈਂ ਯਾਨੀ ਕਿ ਪ੍ਰਾਇੋਰਟੀ ਤੋਂ ਵਰਡ ਬਣਾਉਣ ਕਿ ਪ੍ਰਾਇੋਰਟਾਈਜ਼, ਕਿਉਂਕਿ ਯਾਨੀ ਕਿ ਪ੍ਰੈਫਰੈਂਸ ਇੱਕ ਕਾਮਨ ਵਰਡ ਆ ਜੋ ਹਰ ਇੱਕ ਬੱਚਾ ਹੀ ਲਿਖੂਗਾ ਉੱਥੇ।
ਜਾਂ ਯਾਨੀ ਕਿ ਗਿਵ ਪ੍ਰਾਇੋਰਟੀ ਹਰ ਇੱਕ ਬੱਚੇ ਲਿਖੂਗਾ, ਬਟ ਪ੍ਰਾਇੋਰਟਾਈਜ਼ ਵਰਡ ਹਰ ਇੱਕ ਦੇ ਮਾਈਂਡ 'ਚ ਨਹੀਂ ਆਉਣਾ ਜੀ। ਤਾਂ ਮੈਂ ਲਿਖਿਆ ਜੀ ਯਾਨੀ ਕਿ ਟੇਕ ਇੰਡੀਆ, ਉਹ ਕਹਿੰਦੀ ਬਟ ਯਾਨੀ ਕਿ ਵੇਅਰ ਜੋ ਮੈਂ ਕਹਿੰਦਾ ਕਿ ਪੀਪਲ ਮੋਸਟਲੀ ਪ੍ਰਾਇੋਰਟਾਈਜ਼ ਸੈਲਰੀ, ਜਿੱਥੇ ਲੋਕ ਮੋਸਟਲੀ ਸੈਲਰੀ ਨੂੰ ਪ੍ਰਾਇੋਰਟਾਈਜ਼ ਕਰਦੇ ਆ, ਪ੍ਰੈਫਰੈਂਸ ਦਿੰਦੇ ਆ। ਕਾਰਨ ਕੀ ਹੈ ਜੀ ਮੇਨ ਮੈਂ ਕਿਹਾ ਟੂ ਫੁਲਫਿਲ ਹਾਊਸ ਹੋਲਡ ਨੀਡਸ, ਹਾਊਸ ਹੋਲਡ ਨੀਡਸ ਨੂੰ ਪ੍ਰੈਫਰ ਕਰਨ ਦੇ ਲਈ ਤੇ ਟੂ ਲਿਵ ਏ ਬੈਟਰ ਲਾਈਫ ਨੂੰ ਜਿਉਣ ਦੇ ਲਈ। ਤਾਂ ਦੇਖੋ ਪਿਛਲੇ ਸੈਂਟੈਂਸ ਦੇ ਵਿੱਚ ਮੈਂ ਕੀ ਕਿਹਾ ਸੀਗਾ ਜੀ, ਮੈਂ ਕਿਹਾ ਜੀ ਕਾਸਟ ਆਫ ਲਿਵਿੰਗ ਵੱਧਦੀ ਜਾ ਰਹੀ ਹੈ ਜੀ, ਮਹਿੰਗਾਈ ਹੁਣ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਹੈ ਜੀ, ਤੇ ਜੋ ਇੱਕ ਪਰਸਨ ਆ ਜੀ ਉਹਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਹੋ ਚੁੱਕਿਆ ਨੇ ਕਿ ਗੁਜ਼ਾਰਾ ਕਰਨਾ। ਨੈਕਸਟ ਮੈਂ ਇੱਕ ਕੰਟਰੀ ਚੱਕੀ, ਮੈਂ ਕਿਹਾ ਕੰਟਰੀ ਨੂੰ ਹੀ ਤੁਸੀਂ ਯਾਨੀ ਕਿ ਫੋਰ ਐਗਜ਼ਾਮਪਲ ਦੇ ਤੌਰ ਤੇ ਲੈ ਲਓ ਜੀ। ਮੈਂ ਕਿਹਾ ਕੰਟਰੀ ਦੇ ਵਿੱਚ ਜ਼ਿਆਦਾਤਰ ਲੋਕੀ ਪ੍ਰਾਇੋਰਟੀ ਹਾਈ ਸੈਲਰੀ ਨੂੰ ਦਿੰਦੇ ਆ, ਕਿਉਂਕਿ ਇਹ ਲੋਕਾਂ ਨੇ ਹਾਊਸ ਹੋਲਡ ਦੀਆਂ ਜਿਹੜੀਆਂ ਲੋੜਾਂ ਹੁੰਦੀਆਂ ਪੂਰੀਆਂ ਕਰਨੀਆਂ ਹੁੰਦੀਆਂ ਜੀ, ਤੇ ਨਾਲ ਨਾਲ ਮੈਂ ਕਿਹਾ ਬੈਟਰ ਲਾਈਫ ਵੀ ਸਪੈਂਡ ਕਰਨੀ ਹੁੰਦੀ ਹੈ। ਤਾਂ ਗਾਂ ਜਾ ਕੇ ਮੈਂ ਲਿਖਿਆ, ਮੈਂ ਕਿਹਾ ਕਿ ਦੇਅਰਫੋਰ, ਹੁਣ ਜਾ ਕੇ ਦੇਖਦੇ ਵੀ ਰਿਜ਼ਲਟ ਕਿਉਂ ਕੱਢੇਗਾ ਜੀ। ਦੇਅਰਫੋਰ ਤਾਂ ਕਰਕੇ ਜਿਹੜੀ ਇਹ ਸਿਚੁਏਸ਼ਨ ਆ ਜੀ, ਮੈਂ ਕਿਹਾ ਸਿਚੁਏਸ਼ਨ ਕਿਹੜੀ, ਜਿਹੜੀ ਮੈਂ ਪਿੱਛੇ ਡਿਸਕ੍ਰਾਈਬ ਕਰਕੇ ਆਇਆ ਜੀ। ਮੈਂ ਕਿਹਾ ਮੈਂ ਬਚ ਚੁੱਕਿਆ ਜਾਨੀ ਕਿ ਇਹ ਸਿਚੁਏਸ਼ਨ ਦੇ ਵਿੱਚ ਇੱਥੇ ਕੋਮਾ ਲਾਉਣਾ ਸੀਗਾ ਜੀ, ਧਿਆਨ ਨਾਲ ਦੇਖਿਓ ਇੱਥੇ ਕੋਮਾ ਲਾਉਣਾ ਸੀਗਾ। ਤਾਂ ਮੈਂ ਕਿਹਾ ਜੀ ਇਹ ਸਿਚੁਏਸ਼ਨ ਦੇ ਵਿੱਚ ਮੋਸਟ ਆਫ ਦਾ ਇੰਪਲੋਈਜ਼ ਜਿਹੜੇ ਹੈਗੇ ਆ, ਫਿਰ ਉਹ ਕੰਪਰੋਮਾਈਜ਼ ਕਰ ਜਾਂਦੇ ਕੋਲੀਗਸ ਦੇ ਨਾਲ। ਜਿਹੜੀ ਇਹ ਕੰਟਰੀ ਆ, ਕੰਟਰੀ ਕਿਹੜੀ ਜੀ, ਔਰੈਂਸ ਬਣਾਈ ਆ ਮੈਂ, ਹਲੇ ਵੀ ਉਹ ਕੰਟਰੀ ਦੇ ਬਾਰੇ ਲਿਖ ਰਿਹਾ। ਤਾਂ ਮੈਂ ਕਿਹਾ ਜੀ ਤਾਂ ਕਰਕੇ ਸਿਚੁਏਸ਼ਨ ਦੇ ਵਿੱਚ, ਕਿਹੜੀ ਸਿਚੁਏਸ਼ਨ ਦੇ ਵਿੱਚ, ਪਿਛਲੀ ਲਾਈਨ 'ਚ ਲਿਖਿਆ ਹੋਇਆ ਹਾਊਸ ਹੋਲਡ ਲੋੜਾਂ ਨੂੰ ਪੂਰਾ ਕਰਨ ਵਾਲੀ ਤੇ ਬੈਟਰ ਲਾਈਫ ਸਟਾਈਲ ਜੀਣ ਵਾਲੀ, ਆਹ ਦੋ ਚੀਜ਼ਾਂ ਨੂੰ ਲੈ ਕੇ ਮੈਂ ਕਿਹਾ ਫਿਰ ਜੋ ਇੰਪਲੋਈਜ਼ ਹੈਗੇ ਆ ਤੇ ਉਹ ਕੰਪਰੋਮਾਈਜ਼ ਕਰ ਜਾਂਦੇ। ਕੰਪਰੋਮਾਈਜ਼ ਦਾ ਮਤਲਬ ਚਲੋ ਸਮਝੌਤਾ ਕਰ ਲੈਂਦੇ ਆ, ਕਹਿਣ ਦੇ ਵਿੱਚ ਚਲੋ ਕੋਈ ਨਾ, ਤੇ ਸਮਝੌਤਾ ਕਰਦੇ ਕਿ ਨਾਲ, ਹਾਂਜੀ ਕੋਲੀਗਸ ਦੇ ਨਾਲ। ਮੈਂ ਕਿਹਾ ਉਹਨਾਂ ਨੂੰ ਫਿਰ ਕੰਪਨੀ ਦੇ ਕੋਲੀਗਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਵੀ ਉਹ ਕਿੱਦਾਂ ਦੇ ਹੈਗੇ ਆ ਕਿੱਦਾਂ ਦੇ ਨਹੀਂ। ਹਾਂਜੀ ਜੋ ਇਹ ਕੰਟਰੀ ਹੈ, ਕੰਟਰੀ ਕਿਹੜੀ ਜਿਹੜੀ ਉੱਪਰ ਦੱਸ ਕੇ ਆਏ। ਤਾਂ ਮੈਂ ਇੱਥੇ ਜਿਹੜੀ ਫੋਰ ਐਗਜ਼ਾਮਪਲ ਸੀਗੀ ਉਹ ਚੰਗੀ ਤਰ੍ਹਾਂ ਸਮਝਾਤਾ ਕਿ ਜੀ ਲੋਕੀ ਜਿਹੜੇ ਹੈਗੇ ਆ ਜੀ ਉਹ ਆਪਣੇ ਘਰ ਦਾ ਖਰਚਾ ਚਲਾਉਣ ਦੇ ਲਈ ਯਾਨੀ ਕਿ ਗੁਜ਼ਾਰਾ ਕਰਨ ਦੇ ਲਈ ਮੈਂ ਕਿਹਾ ਸੈਲਰੀ ਨੂੰ ਹੀ ਮੇਨ ਦੇਖਦੇ ਕੰਟਰੀ ਦੇ ਵਿੱਚ, ਕਿਉਂਕਿ ਉਹਨਾਂ ਨੇ ਬੈਟਰ ਲਾਈਫ ਸਟਾਈਲ ਜੀਣਾ ਹੁੰਦਾ ਜੀ। ਫਿਰ ਤਾਂ ਕਰਕੇ ਮੈਂ ਕਿਹਾ ਉਹ ਕੋਲੀਗਸ ਦੇ ਨਾਲ ਸਮਝੌਤਾ ਕਰ ਲੈਂਦੇ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ, ਕਿਉਂਕਿ ਮੈਂ ਕਿਹਾ ਕਾਸਟ ਆਫ ਲਿਵਿੰਗ ਹੁਣ ਦੇ ਸਮੇਂ 'ਚ ਵੱਧ ਰਹੀ ਹੈ, ਦਿਨੋਂ ਦਿਨ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਤੇ ਇਹ ਕਾਰਨ ਹੈ ਜੀ ਮੈਂ ਕਿਹਾ ਵੀ ਕਿਉਂ ਕੁਝ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਲੱਗਦਾ ਕਿ ਸੈਲਰੀ ਜ਼ਿਆਦਾ ਕਰ ਲਓ ਜੀ, ਬਈ ਸੈਲਰੀ ਨੂੰ ਜ਼ਿਆਦਾ ਪ੍ਰਾਇੋਰਟੀ ਦਿਓ। ਹੁਣ ਮੈਂ ਕਿਹਾ ਜੀ ਮੋਰ ਓਵਰ, ਧਿਆਨ ਨਾਲ ਦੇਖਿਓ ਜੀ, ਹੁਣ ਮੈਂ ਲਿਖਿਆ ਮੋਰ ਓਵਰ ਤੋਂ ਬਾਅਦ ਚੋਂ ਮੈਂ ਪਹਿਲਾ ਜਿਹੜਾ ਮੇਰਾ ਪੁਆਇੰਟ ਆ, ਮੈਂ ਪਹਿਲੇ ਪੁਆਇੰਟ ਨੂੰ ਫਿਰ ਇੱਕ ਵਾਰੀ ਇੱਥੇ ਲਿਖਤਾ। ਮੈਂ ਲਾਉਣਾ ਸੀਗਾ ਜਾਨੀ ਕਿ ਨਾਟ ਓਨਲੀ ਬਟ ਆਲਸੋ। ਤਾਂ ਮੈਂ ਕਿਹਾ ਜੀ ਯਾਨੀ ਕਿ ਨਾਟ ਓਨਲੀ ਬੇਸਿਕ ਨੀਡਸ, ਨਾ ਕਿ ਸਿਰਫ ਬੇਸਿਕ ਨੀਡਸ ਬਟ ਹੈਂਡਸਮ ਸੈਲਰੀ। ਮੈਂ ਕਿਹਾ ਵੀ ਯਾਨੀ ਮੇਕਸ ਏ ਵਰਕਰ ਪ੍ਰੋਡਕਟਿਵ, ਮੈਂ ਕਿਹਾ ਜੀ ਇਹ ਪ੍ਰੋਡਕਟਿਵ ਵੀ ਬਣਾਉਂਦੀ ਹੈ ਜੀ ਵਰਕਰ ਨੂੰ। ਬੇਸਿਕ ਨੀਡ ਵਾਲਾ ਕਿਹੜਾ ਵਾ, ਜਿਹੜਾ ਤਾਂ ਵਾਲਾ ਵਾ ਜੀ ਸਾਰਾ। ਮੈਂ ਇੱਕ ਵਾਰੀ ਸਾਰੇ ਨੂੰ ਫਿਰ ਇੱਕ ਵਾਰੀ ਜੋੜਤਾ ਦੂਜੇ ਪੁਆਇੰਟ ਨਾਲ। ਮੈਂ ਕਿਹਾ ਜੀ ਨਾ ਕਿ ਸਿਰਫ ਬੇਸਿਕ ਨੀਡਸ ਬਲਕਿ ਹੈਂਡਸਮ ਸੈਲਰੀ ਇੱਕ ਵਰਕਰ ਨੂੰ ਪ੍ਰੋਡਕਟਿਵ ਵੀ ਬਣਾਉਂਦੀ। ਤਾਂ ਜੇ ਤੁਸੀਂ ਉੱਥੇ ਹੁਣ ਜੇ ਆਪਾਂ GRA ਤੇ ਦੇਖੀਏ ਤਾਂ ਇੱਥੇ ਮੈਂ ਰਿਲੇਟਿਵ ਪ੍ਰੋਨਾਊਨ ਲਾਇਆ ਤੇ ਇਹ ਚੀਜ਼ ਨੂੰ ਸਪਲਿਟ ਕੀਤਾ, ਜਿਸ ਤੋਂ ਪਤਾ ਲੱਗਦਾ ਕਿ ਜਾਨੀ ਕਿ ਵੈਰਾਈਟੀ ਸ਼ੋ ਕੀਤੀ ਗਈ ਹੈ। ਤੇ ਮੈਂ ਸੈਂਟੈਂਸ ਨੂੰ ਵੀ ਕੰਟਰੋਲ ਕੀਤਾ, ਬਿਨਾਂ ਮਤਲਬ ਤੋਂ ਗਾਂ ਨਹੀਂ ਵਧਾਇਆ ਜੀ। ਫਿਰ ਪੰਕਚੁਏਸ਼ਨ ਇੱਥੇ ਇੱਕ ਕੋਮਾ ਲੱਗਣਾ ਜੀ, ਤੇ ਗਾਂ ਜਾ ਕੇ ਮੈਂ ਇੱਕ ਸਿੰਪਲ ਸੈਂਟੈਂਸ ਹੀ ਰੱਖਿਆ ਬਸ। ਹੁਣ ਮੈਂ ਕੀ ਕੀਤਾ, ਹੁਣ ਮੈਂ ਯਾਨੀ ਕਿ ਕੋਰਿਲੇਟਿਵ ਕੰਜੰਕਸ਼ਨ ਲਾਤੀ ਨਾਟ ਓਨਲੀ ਬਟ ਆਲਸੋ। ਤੇ ਹੁਣ ਮੈਂ ਆਪਣਾ ਦੂਸਰਾ ਪੁਆਇੰਟ ਇਹ ਦੱਸਿਆ ਵੀ ਇਹ ਪ੍ਰੋਡਕਟਿਵ ਵੀ ਬਣਾ ਦਿੰਦੀ ਹੈ ਜੀ ਜੋ ਜਾਨੀ ਕਿ ਵਰਕਰ ਹੈਗਾ ਜੀ। ਤਾਂ ਹੁਣ ਕਿਵੇਂ ਜਾਨੀ ਕਿ ਪ੍ਰੋਡਕਟਿਵ ਬਣਾਉਂਦੀ ਹੈ, ਜਾ ਕੇ ਦੇਖਦੇ ਆ ਜੀ। ਮੈਂ ਕਿਹਾ ਜੀ ਸੌਖੇ ਸ਼ਬਦਾਂ ਵਿੱਚ ਮੈਂ ਤੁਹਾਨੂੰ ਸਮਝਾਵਾਂ, ਸੌਖੇ ਸ਼ਬਦਾਂ ਸਮਝਾਵਾਂ ਤਾਂ ਦਾ ਮੋਰ, ਇੱਥੇ ਮੈਂ ਇੱਕ ਸਟਰਕਚਰ ਲਾਈ ਆ ਦਾ ਮੋਰ ਦਾ ਬੈਟਰ, ਇੱਥੇ ਮੈਂ ਇੱਕ ਸਟਰਕਚਰ ਲਾਈ ਹੈ ਤੇ ਕੰਪਲੈਕਸ ਦੇ ਵਿੱਚ ਕਾਊਂਟ ਹੁੰਦੀ ਹੈ ਜੀ। ਹਾਂਜੀ ਪੰਜਾਬੀ ਕੀ ਜਾ ਕੇ ਦੇਖਦੇ ਆ। ਮੈਂ ਕਿਹਾ ਜੀ ਦਾ ਮੋਰ ਮਨੀ ਏ ਵਰਕਰ ਅਰਨਸ, ਜਿੰਨਾ ਜ਼ਿਆਦਾ ਪੈਸਾ ਇੱਕ ਵਰਕਰ ਜਾਨੀ ਕਿ ਕਮਾਉਂਦਾ ਵਾ, ਦਾ ਬੈਟਰ ਚਾਂਸਸ ਆਰ ਦੇਅਰ ਜਾਨੀ ਕਿ ਆਫ ਹਿਸ ਬੀਇੰਗ ਸਿੰਸੀਅਰ ਐਂਡ ਰਿਸਪੌਂਸਿਬਲ। ਮੈਂ ਇੱਕ ਸਿੰਗਲ ਲਾਈਨ 'ਚ ਸਾਰਾ ਕੁਝ ਦੱਸਤਾ ਜੀ ਬਸ। ਮੈਂ ਕਿਹਾ ਸੌਖੇ ਸ਼ਬਦਾਂ ਮੈਂ ਦੱਸਾਂ ਤਾਂ ਜਿੰਨਾ ਜ਼ਿਆਦਾ ਇੱਕ ਪਰਸਨ ਪੈਸਾ ਕਮਾਉਂਦਾ ਵਾ ਤੇ ਉਹਨੇ ਜ਼ਿਆਦਾ ਹੀ ਚਾਂਸਸ ਹੁੰਦੇ ਆ ਜਾਨੀ ਕਿ ਉਹ ਵਰਕਰ ਦੇ ਸਿੰਸੀਅਰ ਹੋਣ ਦੇ ਤੇ ਰਿਸਪੌਂਸਿਬਲ ਹੋਣ ਦੇ।
ਕਿਉਂਕਿ ਜਿਨ੍ਹਾਂ ਦੀ ਪੇ ਜ਼ਿਆਦਾ ਹੁੰਦੀ ਫਿਰ ਉਹ ਰਿਸਪੌਂਸਿਬਿਲਿਟੀ ਨਾਲ ਕੰਮ ਕਰਦੇ ਆ, ਸਿੰਸੀਅਰ ਹੁੰਦੇ ਆ ਜੀ। ਅੱਗੇ ਜਾ ਕੇ ਮੈਂ ਕਿਹਾ ਜੀ ਸੋ ਜੇ ਮੈਂ ਇੱਥੇ ਚਾਹੁੰਦਾ ਤਾਂ ਹੁਣ ਜੇ ਮੈਂ ਇੱਥੇ ਚਾਹੁੰਦਾ ਤਾਂ ਮੈਂ ਜਾਣੀ ਕਿ ਆਹ ਸੈਂਟੈਂਸ ਨੂੰ ਇਹਦੇ ਵਿੱਚ ਮਰਜ ਕਰ ਸਕਦਾ ਸੀ, ਬਟ ਉਹਦੇ ਵਿੱਚ ਇੱਕ ਪ੍ਰੋਬਲਮ ਆ ਜੀ, ਕਿਉਂਕਿ ਇਹ ਸੈਂਟੈਂਸ ਰਿਜ਼ਲਟ ਜਾਣੀ ਕਿ ਪਿਛਲੇ ਸੈਂਟੈਂਸ ਦਾ ਨਹੀਂ ਹੈਗਾ, ਜਿਹੜਾ ਜਾਣੀ ਕਿ ਇਹ ਸੈਂਟੈਂਸ ਰਿਜ਼ਲਟ ਸਾਰੇ ਬੀਪੀ ਦਾ ਵਾ, ਤਾਂ ਕਰਕੇ ਮੈਨੂੰ ਇਹਨੂੰ ਸੈਪਰੇਟਲੀ ਲਿਖਣਾ ਪਿਆ। ਕਿਉਂਕਿ ਵੈਸੇ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਜੇ ਮੈਂ ਇੱਥੇ ਕੰਪਲੈਕਸ ਸੈਂਟੈਂਸ ਲਿਖੀ ਜਾਣਾ, ਦਾ ਮੋਰ ਦਾ ਬੈਟਰ, ਤੇ ਮੈਂ ਵਿੱਚ ਸੋ ਨੂੰ ਕੋਮਾ ਪਾ ਕੇ ਵਿੱਚੇ ਲਿਖ ਦਿੰਦਾ, ਤਾਂ ਫਿਰ ਤਾਂ ਕੰਪਾਊਂਡ ਕੰਪਲੈਕਸ ਬਣਨਾ ਸੀਗਾ, ਸਭ ਤੋਂ ਵੱਡਾ ਸੈਂਟੈਂਸ, ਨਾਲੇ ਸਭ ਤੋਂ ਵਧੀਆ ਸੈਂਟੈਂਸ। ਬਟ ਜੇ ਮੈਂ ਉਹ ਕਰ ਦਿੰਦਾ ਤਾਂ ਮੇਰੇ ਕੋਰੈਂਸ ਦੇ ਵਿੱਚੋਂ ਬੈਂਡ ਕੱਟੇ ਜਾਣੇ ਸੀਗੇ, ਕਿਉਂਕਿ ਮੇਰਾ ਰਿਜ਼ਲਟ ਸਾਰੇ ਬੀਪੀ ਦਾ ਕਿਸੇ ਪੁਆਇੰਟ ਦੀ ਥਿਊਰੀ ਦੇ ਵਿੱਚ ਕਿੱਦਾਂ ਲਿਖ ਜੂਗੇ। ਮੈਂ ਸਾਰੇ ਬੀਪੀ ਦਾ ਰਿਜ਼ਲਟ ਹੁੰਦਾ ਉਹ ਸਭ ਤੋਂ ਲਾਸਟ ਉੱਪਰ ਵੱਖਰਾ ਲਿਖਿਆ ਜਾਂਦਾ ਹੁੰਦਾ। ਤੁਸੀਂ ਜਿਵੇਂ ਲਿਖਦੇ ਹੁੰਦੇ ਹੋ, ਜਿਵੇਂ ਤੁਸੀਂ ਹੈਂਸ ਲਾ ਕੇ ਲਿਖਦੇ ਹੁੰਦੇ ਹੋ ਜਾਂ ਜਾਣੀ ਕਿ ਦੇਅਰਫੋਰ ਲਾਉਂਦੇ ਹੁੰਦੇ ਹੋ, ਤਾਂ ਇੱਥੇ ਕੀ ਹੈ ਜੀ, ਮੈਂ ਕਿਹਾ ਸੋ ਮੈਂ ਕਿਹਾ ਜੀ ਇਹ ਸਰਟਨ ਟਰੁਥ ਆ ਕਿ ਮਨੀ ਕੱਲੀ ਹੋਈ ਮੈਂ ਕਿਹਾ ਕਰ ਸਕਦੀ ਹੈ ਜੀ, ਯਾਨੀ ਕਿ ਵਟ ਅਦਰ ਥਿੰਗਸ ਹਾਂਜੀ ਕੈਨ ਡੂ। ਮੈਂ ਕਿਹਾ ਜੀ ਯਾਨੀ ਕਿ ਮਨੀ ਕੱਲੀ ਹੋਈ ਉਹ ਚੀਜ਼ਾਂ ਕਰ ਸਕਦੀ ਹੈ ਜਿਹੜੀਆਂ ਬਾਕੀ ਸਾਰੀਆਂ ਚੀਜ਼ਾਂ ਕਰ ਸਕਦੀਆਂ। ਬਈ ਯਾਨੀ ਕਿ ਮਨੀ ਦੇ ਵਿੱਚ ਕੱਲੀ ਦੇ ਵਿੱਚ ਹੀ ਪਾਵਰ ਹੈ ਜੀ, ਜਾਂ ਤੁਸੀਂ ਇੱਥੇ ਲਿਖ ਸਕਦੇ ਸੀਗੇ ਇਹ ਸਰਟਨ ਟਰੁਥ ਆ, ਯਾਨੀ ਕਿ ਮਨੀ ਅਲੋਨ ਮੇ ਡੂ ਵਟ ਅਦਰ ਥਿੰਗਸ ਕੈਨ ਨਾਟ ਡੂ। ਇੱਥੇ ਕੈਨ ਨਾਟ ਲਾ ਦੋ ਤਾਂ ਬੜਾ ਵਧੀਆ ਲੱਗੂਗਾ ਕਿ ਮਨੀ ਕੱਲੀ ਹੋਈ ਉਹ ਚੀਜ਼ਾਂ ਕਰ ਸਕਦੀ, ਮਨੀ ਕੱਲੀ ਦੇ ਵਿੱਚ ਹੀ ਪਾਵਰ ਆ ਉਹ ਚੀਜ਼ਾਂ ਕਰਨ ਦੀ ਜੋ ਬਾਕੀਆਂ ਚੀਜ਼ਾਂ ਨਹੀਂ ਕਰ ਸਕਦੀਆਂ। ਯਾਨੀ ਕਿ ਬਾਕੀ ਚੀਜ਼ਾਂ ਕਿਹੜੀਆਂ, ਕਿ ਬੌਸ ਕਿੱਦਾਂ ਦਾ ਵਾ, ਜਾਂ ਵਰਕਰ ਕਿੱਦਾਂ ਦੇ ਆ, ਜਾਂ ਉਹ ਬਿਲਡਿੰਗ ਕਿੱਦਾਂ ਦੀ ਆ, ਕੰਪਨੀ ਕਿੱਦਾਂ ਦੀ ਆ, ਇਹ ਚੀਜ਼ਾਂ ਮੈਂ ਕਿਹਾ ਯਾਨੀ ਕਿ ਮਨੀ ਕੱਲੀ ਹੋਈ ਮੈਂ ਕਿਹਾ ਬਹੁਤ ਚੀਜ਼ਾਂ ਕਰ ਸਕਦੀ ਪਰਸਨ ਦੀ ਲਾਈਫ ਦੇ ਵਿੱਚ। ਤਾਂ ਕਰਕੇ ਕੁਝ ਲੋਕੀ ਮੰਨਦੇ ਆ ਜੀ ਕਿ ਕੀ ਆ ਕਿ ਸੈਲਰੀ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ। ਤਾਂ ਇਹਦੇ ਵਿੱਚ ਜੇ ਆਪਾਂ ਦੇਖੀਏ, ਜੇ ਆਪਾਂ GRA ਦੇਖੀਏ ਤਾਂ ਇੱਥੇ ਦੇਖੋ ਆਪਣਾ ਜਾਨੀ ਕਿ ਜੀਰੰਡ ਆ, ਫਿਰ ਇੱਕ ਤੁਹਾਨੂੰ ਕੰਪਾਊਂਡ ਸੈਂਟੈਂਸ ਮਿਲਿਆ, ਫਿਰ ਤੁਹਾਨੂੰ ਰਿਲੇਟਿਵ ਪ੍ਰੋਨਾਉਨ ਮਿਲੀ, ਸੈਂਟੈਂਸ ਕੰਟਰੋਲ ਕੀਤੇ ਹੋਏ ਆ ਸਾਰੇ, ਫਿਰ ਇੱਕ ਸਿੰਪਲ ਸੈਂਟੈਂਸ ਆਇਆ ਜੀ, ਫਿਰ ਮੈਂ ਕਹਿੰਦੀ ਕਿ ਜੋ ਕੰਜੰਕਸ਼ਨ ਲਾਈ ਨਾਟ ਓਨਲੀ ਬਟ ਆਲਸੋ। ਨੈਕਸਟ ਜਾ ਕੇ ਮੈਂ ਦਾ ਮੋਰ ਦਾ ਬੈਟਰ, ਫਿਰ ਇੱਕ ਕੰਪਲੈਕਸਿਟੀ ਨੂੰ ਸ਼ੋ ਕੀਤਾ। ਜੇ ਤੁਸੀਂ ਲੈਕਸੀਕਲ ਰਿਸੋਰਸਸ ਦੇਖੋ ਤਾਂ ਇਹਦੇ ਵਿੱਚ ਦੇਖੋ ਸੈਵਰਲ ਬੈਨੀਫਿਟਸ ਹੋ ਗਿਆ, ਜਿਵੇਂ ਕਾਸਟ ਆਫ ਲਿਵਿੰਗ ਹੋ ਗਿਆ, ਫਿਰ ਨੈਕਸਟ ਆਪਣੇ ਕੋਲ ਹੈਗਾ ਕਿ ਜੋ ਯਾਨੀ ਕਿ ਨਾ ਰੁਕਣ ਯੋਗ ਮਹਿੰਗਾਈ ਹੈਗੀ ਹੈ ਜੀ, ਫਿਰ ਯਾਨੀ ਕਿ ਮੀਟ ਬੋਥ ਹੈਂਡਸ, ਇੱਕ ਫਰੇਜ਼ ਬਹੁਤ ਨਾਈਸ ਹੈ ਜੀ, ਯਾਨੀ ਕਿ ਪ੍ਰਾਇੋਰਟਾਈਜ਼ ਵਰਡ ਹੋ ਗਿਆ ਜੀ ਇੱਕ, ਫਿਰ ਬੈਟਰ ਲਾਈਫ, ਚਲੋ ਇਹ ਕਾਮਨ ਹੈ ਬੈਟਰ ਲਾਈਫ ਜੀ। ਤੇ ਫਿਰ ਮੈਂ ਜਗ੍ਹਾ ਜਗ੍ਹਾ ਤੇ ਪੀਪਲ ਨਾ ਯੂਜ਼ ਕਰਕੇ ਬਲਕਿ ਕਿਹੜੀਆਂ ਚੀਜ਼ਾਂ ਯੂਜ਼ ਕੀਤੀਆਂ, ਜਾਂ ਤਾਂ ਵਰਕਰ ਯੂਜ਼ ਕੀਤਾ ਜਾਂ ਇੰਪਲੋਈਜ਼ ਯੂਜ਼ ਕੀਤਾ। ਤੇ ਨੈਕਸਟ ਜਾ ਕੇ ਆਪਾਂ ਦੇਖੀਏ ਓਕੇ, ਤਾਂ ਇੱਥੇ ਨੇ ਕਿ ਹੈਂਡਸਮ ਸੈਲਰੀ, ਤਾਂ ਇਹਦੇ ਵਿੱਚੋਂ ਕੋਲੋਕੇਸ਼ਨਸ ਤਾਂ ਥੋੜੇ ਮੋਟੇ ਜਿਹੜੇ ਵਰਡ ਸੀਗੇ, ਹਲੇ ਆਪਣਾ BP2 ਪਿਆ ਵਾ, ਤੇ ਇਹਦੇ ਵਿੱਚ ਧਿਆਨ ਨਾਲ ਦੇਖੋ, ਜੇ ਤੁਸੀਂ ਹਲੇ ਤੱਕ ਜੇ ਕਨੈਕਟਰਸ ਦੇਖੋ ਤਾਂ ਮੈਂ ਜ਼ਿਆਦਾ ਕਨੈਕਟਰਸ ਨਹੀਂ ਯੂਜ਼ ਕੀਤੇ, ਜਸਟ ਗਿਣਤੀ ਜਿਹੀ ਕੀਤੇ ਹੈ। ਨੈਕਸਟ ਚੱਲਦੇ ਜੀ, ਤੇ ਕੰਡੀਸ਼ਨਲ ਸੈਂਟੈਂਸ ਮੈਂ ਹਲੇ ਤੱਕ ਕੋਈ ਨਹੀਂ ਲਾਇਆ, ਯਾਨੀ ਕਿ ਜੇ ਵਾਲਾ ਸੈਂਟੈਂਸ ਹਲੇ ਤੱਕ ਕੋਈ ਲਾਇਆ ਹੀ ਨਹੀਂ ਜੀ, ਕਿਉਂਕਿ ਹਲੇ ਤੱਕ ਮੈਨੂੰ ਲੋੜ ਹੀ ਨਹੀਂ ਪਈ। ਮੈਨੂੰ ਸ਼ਾਇਦ BP2 ਦੇ ਵਿੱਚ ਲੋੜ ਪਊਗੀ, ਸ਼ਾਇਦ ਮੈਂ BP2 ਦੇ ਵਿੱਚ ਉੱਥੇ ਲਾਉਂਗਾ ਜੀ। ਤੇ ਕਨੈਕਟਰ ਜਿਹੜੇ ਮੈਂ BP1 ਚ ਨਹੀਂ ਲਾਏ ਤੇ ਸ਼ਾਇਦ ਉਹ ਮੈਂ BP2 ਦੇ ਵਿੱਚ ਯੂਜ਼ ਕਰੂੰਗਾ ਜੀ। ਤਾਂ ਨੈਕਸਟ ਮੈਂ ਕੀ ਕਿਹਾ ਜੀ, ਹਾਊਐਵਰ ਪਰ ਸਟਾਰਟਿੰਗ ਕੀਤੀ ਡਿਊ ਟੂ ਸੈਵਰਲ ਰੀਜ਼ਨਸ, ਫਿਰ ਕੋਮਾ, ਪਰ ਮੈਂ ਕਿਹਾ ਜੀ ਕੁਝ ਕਾਰਨਾਂ ਕਰਕੇ, ਸਮ ਹੋਲਡ ਦਾ ਵਿਊ, ਕੁਝ ਲੋਕਾਂ ਦੀ ਇਹ ਧਾਰਨਾ ਵਾ ਕਿ ਜਿਹੜਾ ਜੋ ਯਾਨੀ ਕਿ ਗੁੱਡ ਵਰਕਿੰਗ ਇਨਵਾਇਰਨਮੈਂਟ ਹੁੰਦਾ ਵਾ, ਤੇ ਉਹ ਯਾਨੀ ਕਿ ਗ੍ਰੇਟੈਸਟ ਫੈਕਟਰ ਆ, ਇੱਥੇ ਮੈਂ ਵਰਡ ਲਾਇਆ ਕਿ ਗ੍ਰੇਟੈਸਟ, ਵੀ ਉਹ ਗ੍ਰੇਟੈਸਟ ਫੈਕਟਰ ਹੈ ਜੀ, that one should prefer, ਜੋ ਕਿ ਇੱਕ ਪਰਸਨ ਨੂੰ ਪ੍ਰੈਫਰ ਕਰਨਾ ਚਾਹੀਦਾ ਵਾ। ਹੁਣ ਇੱਥੇ one ਦਾ ਮਤਲਬ ਆ one person, ਜਿਹੜਾ ਇੱਕ ਪਰਸਨ ਨੂੰ ਪ੍ਰੈਫਰ ਕਰਨਾ ਚਾਹੀਦਾ ਵਾ। ਤਾਂ ਮੈਂ ਕਿਹਾ ਜੀ ਪਰ ਜੀ ਕੁਝ ਕਾਰਨਾਂ ਕਰਕੇ ਕੁਝ ਲੋਕਾਂ ਦਾ ਬਲੀਫ ਆ ਜੀ, ਕੁਝ ਲੋਕਾਂ ਦਾ ਪਰਸਪੈਕਟਿਵ ਆ ਕਿ ਜੀ ਜੋ ਆਪਣਾ ਯਾਨੀ ਕਿ ਗ੍ਰੇਟੈਸਟ ਫੈਕਟਰ ਆ ਤੇ ਉਹ ਯਾਨੀ ਕਿ ਇਨਵਾਇਰਨਮੈਂਟ ਹੋਣਾ ਚਾਹੀਦਾ ਵਾ, ਜੋ ਕਿ ਯਾਨੀ ਕਿ ਪਰਸਨ ਨੂੰ ਇੱਕ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਜੀ, ਜਾਂ ਪ੍ਰੈਫਰ ਕਰਦੇ। ਮੈਨੂੰ ਪਤਾ ਸੀ ਕਿ ਯਾਨੀ ਕਿ ਪ੍ਰਾਇੋਰਟਾਈਜ਼ ਮੈਂ ਤਾਂ ਲਿਖਿਆ, ਤਾਂ ਕਰਕੇ ਮੈਂ ਇੱਥੇ ਪ੍ਰੈਫਰ ਲਿਖਿਆ। ਹੁਣ ਮੈਂ ਲਿਖਿਆ ਜੀ ਫਸਟ ਆਫ ਆਲ, ਕਿਉਂਕਿ ਮੈਂ ਸੈਵਰਲ ਰੀਜ਼ਨ ਕਹਿ ਰਿਹਾ ਵਾਂ, ਤਾਂ ਫਸਟ ਆਫ ਆਲ ਪਹਿਲਾ ਰੀਜ਼ਨ ਕਿਹੜਾ। ਹੁਣ ਮੈਂ ਇੱਥੇ ਕੰਡੀਸ਼ਨਲ ਸੈਂਟੈਂਸ ਲਾਇਆ ਜੀ, ਜੇ ਮੈਂ ਕਿਹਾ ਜੀ ਕੋਲੀਗਸ ਤੇ ਮੈਨੇਜਰਸ, ਦੇਖੋ ਮੈਂ ਵੱਖਰਾ ਵੱਖਰਾ ਮੰਨਿਆ ਦੋਨਾਂ ਨੂੰ,
ਮੈਨੇਜਰ ਹੋਰ ਚੀਜ਼ ਆ, ਕੋਲੀਗ ਹੋਰ ਚੀਜ਼ ਹੈ। ਜੇ ਮੈਂ ਕਿਹਾ ਜੀ ਕੋਲੀਗਸ ਤੇ ਮੈਨੇਜਰ ਸਪੋਰਟਿਵ ਨਾ ਹੋਣਗੇ ਜੀ, ਸੌਰੀ ਕੋਆਪਰੇਟਿਵ ਨਾ ਹੋਣਗੇ, ਤੇ ਪੈਸਿਮਿਸਟਿਕ ਹੋਣਗੇ ਜੀ। ਦੇਖੋ ਕੋਆਪਰੇਟਿਵ ਦਾ ਮਤਲਬ ਸਾਥ ਨਾ ਦੇਣ ਵਾਲੇ ਹੋਣਗੇ, ਪੈਸਿਮਿਸਟਿਕ ਦਾ ਮਤਲਬ ਨਹੀਂ ਕਿ ਨੈਗੇਟਿਵ, ਜਾਣੀ ਕਿ ਨੈਗੇਟਿਵ ਵਿਊ ਪੁਆਇੰਟ ਵਾਲੇ, ਜੋ ਨੈਗੇਟਿਵ ਸੋਚਦੇ ਹੋ। ਮੈਂ ਕਿਹਾ ਜੀ ਪਹਿਲਾ ਕਾਰਨ ਕੀ ਹੈ, ਮੈਂ ਕਿਹਾ ਜੇ ਕੋਲੀਗਸ ਤੇ ਮੈਨੇਜਰ ਹਾਂਜੀ ਜਾਣੀ ਕਿ ਕੋਆਪਰੇਟਿਵ ਨਾ ਹੋਣਗੇ ਤੇ ਪੈਸਿਮਿਸਟਿਕ ਹੋਣਗੇ, ਤਾਂ ਅੱਗੇ ਜਾ ਕੇ ਮੈਂ ਯਾਨੀ ਕਿ ਸਟਾਰਟਿੰਗ ਤੋਂ ਇੱਕ ਸੈਂਟੈਂਸ ਲਿਖਿਆ ਯਾਨੀ ਕਿ ਹਾਰਡਲੀ ਦਾ ਮਤਲਬ ਨਹੀਂ ਕਿ ਮਸਾਂ ਹੀ, ਬਹੁਤ ਘੱਟ ਚਾਂਸਸ ਆ ਕਿ ਕੋਈ ਵੀ ਪਰਸਨ ਮੈਂ ਕਿਹਾ ਯਾਨੀ ਕਿ ਵਿਲ ਬੀ ਵਿਲਿੰਗ ਟੂ ਡੂ ਜੌਬ ਮੋਰ ਦੈਨ 6 ਮੰਥ। ਤਾਂ ਮੈਂ ਕਿਹਾ ਜੀ ਫਿਰ ਯਾਨੀ ਕਿ ਮਸਾਂ ਹੀ ਕੋਈ ਵੀ ਬੰਦਾ 6 ਮਹੀਨਿਆਂ ਤੋਂ ਵੱਧ ਉੱਥੇ ਜੌਬ ਕਰੂਗਾ ਜੀ। ਹਾਂਜੀ ਕਿਹਦੇ ਵਿੱਚ, ਜਾਣੀ ਕਿ ਸੱਚ ਆਰਗੇਨਾਈਜੇਸ਼ਨਸ ਕਿਹੜੀਆਂ, ਜਿੱਥੇ ਕੋਲੀਗਸ ਤੇ ਮੈਨੇਜਰ ਜਿਹੜੇ ਹੈਗੇ ਆ ਉਹ ਕੋਆਪਰੇਟਿਵ ਨਹੀਂ ਹੋਣਗੇ ਤੇ ਪੈਸਿਮਿਸਟਿਕ ਹੋਣਗੇ। ਮੈਂ ਕੀ ਕਿਹਾ ਜੀ, ਫਸਟ ਆਫ ਆਲ ਮੈਂ ਕਿਹਾ ਜੇ ਜੀ ਕੋਲੀਗਸ ਤੇ ਮੈਨੇਜਰ ਕੋਆਪਰੇਟਿਵ ਨਾ ਹੋਣਗੇ ਤੇ ਪੈਸਿਮਿਸਟਿਕ ਹੋਣਗੇ, ਤਾਂ ਮੈਂ ਕਿਹਾ ਹਾਰਡਲੀ ਫਿਰ ਕੋਈ ਬੰਦਾ ਉੱਥੇ ਮੈਂ ਕਿਹਾ 6 ਮਹੀਨਿਆਂ ਤੋਂ ਵੱਧ ਕੱਟਿਆ ਕਰੂਗਾ ਜੀ। ਤਾਂ ਬਾਅਦ ਚੋਂ ਮੈਂ ਜਾ ਕੇ ਕੀ ਕਿਹਾ ਜੀ, ਇਨਫੈਕਟ ਦਾ ਮਤਲਬ ਹੁੰਦਾ ਰਿਐਲਿਟੀ। ਰਿਐਲਿਟੀ ਵਿੱਚ ਮੈਂ ਕਿਹਾ ਜੇ ਦੇਖਿਆ ਜਾਵੇ ਤਾਂ ਯਾਨੀ ਕਿ ਜਿਹੜਾ ਇਹ ਯਾਨੀ ਕਿ ਅਨਫ੍ਰੈਂਡਲੀ ਬਿਹੇਵੀਅਰ ਆ, ਹਾਂਜੀ ਕਿਹੜਾ, ਮੈਂ ਉਹ ਤਾਂ ਹੀ ਦੱਸਿਆ ਆ, ਧਿਆਨ ਨਾਲ ਦੱਸਿਓ ਜੀ। ਤੇ ਵੇਖਿਓ ਕਿ ਮੈਂ ਕਿਹਾ ਜੋ ਜੀ ਇਹ ਬਿਹੇਵੀਅਰ ਹੈਗਾ ਵਾ, ਜੋ ਨਾਟ ਫ੍ਰੈਂਡਲੀ ਵਾਲਾ ਬਿਹੇਵੀਅਰ ਆ, ਕਿਹੜਾ, ਜਿਹੜਾ ਮੈਂ ਆ ਤਾਂ ਦੱਸ ਕੇ ਆ, ਪਹਿਲੇ ਨੰਬਰ ਤੇ ਆ, ਦੂਸਰੇ ਨੰਬਰ ਤੇ ਆ। ਮੈਂ ਕਿਹਾ ਰਿਐਲਿਟੀ ਵਿੱਚ ਦੇਖਿਆ ਜਾਵੇ ਤਾਂ ਇਹ ਜੋ ਬਿਹੇਵੀਅਰ ਆ, ਮੈਂ ਕਿਹਾ ਸਭ ਤੋਂ ਵੱਡਾ ਕਾਰਨ ਆ ਜੀ ਟੂ ਲੀਵ ਦਾ ਜੌਬ। ਮੈਂ ਕਿਹਾ ਕਿ ਪਰਸਨ ਜੌਬ ਨੂੰ ਲੀਵ ਵੀ ਕਰ ਜਾਂਦਾ। ਤਾਂ ਜੇ ਹੁਣ ਆਪਾਂ ਕੋਰੈਂਸ ਬਣਾ ਕੇ ਦੇਖੀਏ ਤਾਂ ਮੈਂ ਕੀ ਕਿਹਾ, ਧਿਆਨ ਨਾਲ ਦੇਖੋ। ਮੈਂ ਕਿਹਾ ਜੀ ਕੁਝ ਕੁ ਕਾਰਨਾਂ ਕਰਕੇ ਕੁਝ ਲੋਕਾਂ ਨੂੰ ਲੱਗਦਾ ਕਿ ਸੈਲਰੀ ਨਹੀਂ ਬਲਕਿ ਉੱਥੇ ਦੇਖਣਾ ਚਾਹੀਦਾ ਕਿ ਵਰਕਿੰਗ ਇਨਵਾਇਰਮੈਂਟ ਕਿੱਦਾਂ ਦਾ ਵਾ। ਮੈਂ ਕਿਹਾ ਜੇ ਆਪਾਂ ਫਸਟ ਆਫ ਆਲ ਦੇਖੀਏ, ਮੰਨ ਲਓ ਮੈਂ ਕਿਹਾ ਜੇ ਕੋਲੀਗ ਤੇ ਮੈਨੇਜਰ ਸਪੋਰਟਿਵ ਹੀ ਹੈ ਨਹੀਂਗੇ, ਪੈਸਿਮਿਸਟਿਕ ਆ, ਜਾਣੀ ਕਿ ਨੈਗੇਟਿਵ ਜੇ ਵਿਚਾਰਾਂ ਵਾਲੇ ਆ, ਤਾਂ ਮੈਂ ਕਿਹਾ ਮਸਾਂ ਹੀ ਇੱਕ ਬੰਦਾ 6 ਮਹੀਨਿਆਂ ਤੋਂ ਵੱਧ ਇਦਾਂ ਦੀ ਯਾਨੀ ਕਿ ਜਗ੍ਹਾ ਤੇ ਜੌਬ ਕਰੂਗਾ। ਤੇ ਮੈਂ ਕਿਹਾ ਜੇ ਮੈਂ ਰਿਐਲਿਟੀ ਦੱਸਾਂ ਤਾਂ ਇਹ ਸਭ ਤੋਂ ਵੱਡਾ ਕਾਰਨ ਹੁੰਦਾ ਵਾ ਕਿ ਪਰਸਨ ਇੱਕ ਕਿਉਂ ਜੌਬ ਛੱਡ ਕੇ ਜਾ ਵੜਿੰਦਾ ਵਾ, ਕਿਉਂਕਿ ਉੱਥੋਂ ਦੇ ਲੋਕ ਚੰਗੇ ਨਹੀਂ ਹੁੰਦੇ। ਤਾਂ ਇਹ ਆਪਣਾ ਪਹਿਲਾ ਸੀਗਾ ਜੀ, ਜਿਹਦੇ ਵਿੱਚ ਜੇ ਆਪਾਂ ਹੁਣ ਦੇਖੀਏ ਤਾਂ ਸਟਾਰਟਿੰਗ ਚ ਦੇਖੀਏ ਡਿਊ ਟੂ ਸੈਵਰਲ ਰੀਜ਼ਨਸ ਪਰ ਕੌਮਾ ਹੈ, ਇੱਥੇ ਕੰਪਲੈਕਸਿਟੀ ਮੜੀ ਦਿਖਾਈ ਗਈ ਜੀ। ਇੱਥੇ ਦੋ ਸੈਂਟੈਂਸ ਨੂੰ ਜੋੜ ਕੇ ਵਿੱਚ ਰਿਲੇਟਿਵ ਪ੍ਰੋਨਾਉਨ ਲਾਇਆ ਗਿਆ, ਗਾਂ ਜਾ ਕੇ ਜੀ ਕਨੈਕਟਰ ਲਾਇਆ ਇੱਕ ਜੋ ਕਿ ਵੈਰੀ ਕਾਮਨ ਹੈ, ਜ਼ਿਆਦਾ ਨਹੀਂ ਆਪਾਂ ਇਹਨੂੰ ਕਹਿ ਸਕਦੇ। ਗਾਂ ਜਾ ਕੇ ਜੀ ਕੰਡੀਸ਼ਨਲ ਸੈਂਟੈਂਸ ਲਾਇਆ ਗਿਆ। ਤੇ ਜੇ ਤੁਸੀਂ ਨਾਲ ਨਾਲ ਦੇਖੋ ਲੈਕਸੀਕਲ ਰਿਸੋਰਸਸ, ਫਿਰ ਜਾਨੀ ਕਿ ਕੋਲੀਗ ਐਂਡ ਮੈਨੇਜਰਸ, ਅਨਕੋਆਪਰੇਟਿਵ ਤੇ ਜਾਨੀ ਕਿ ਜੋ ਜਾਨੀ ਕਿ ਪੈਸਿਮਿਸਟਿਕ, ਹਾਂਜੀ ਇਹ ਦੋਨੇ ਹੋ ਗਏ ਆਪਣੇ ਕੋਲੇ। ਤੇ ਫਿਰ ਜਾਨੀ ਕਿ ਆਪਾਂ ਗਾਂ ਜਾ ਕੇ ਦੇਖੀਏ ਯਾਨੀ ਕਿ ਵਿਲਿੰਗ ਵਰਡ ਇੱਕ ਯੂਜ਼ ਕੀਤੇ, ਯਾਨੀ ਕਿ ਵਿਲਿੰਗ ਦਾ ਮਤਲਬ ਯਾਨੀ ਕਿ ਡਿਜ਼ਾਇਰ, ਕਿ ਫਿਰ ਕਿਸੇ ਵੀ ਪਰਸਨ ਦੀ ਯਾਨੀ ਕਿ ਡਿਜ਼ਾਇਰ ਨਹੀਂ ਹੋਊਗੀ ਬਈ ਉਹ 6 ਮਹੀਨੇ ਤੋਂ ਵੱਧ ਉੱਥੇ ਕੱਟ ਜਾਏ। ਤੇ ਫਿਰ ਗਾਂ ਜਾ ਕੇ ਇੱਕ ਜਗ੍ਹਾ ਤੇ ਮੈਂ ਕੋਲੋਕੇਸ਼ਨ ਫਿਰ ਯੂਜ਼ ਕੀਤੀ। ਹਾਂਜੀ ਨੈਕਸਟ ਚੱਲਦੇ ਜੀ ਆਪਾਂ। ਤਾਂ ਜੇ ਸੈਂਟੈਂਸ ਕੰਟਰੋਲ ਦੇਖੋ ਤਾਂ ਹਰ ਇੱਕ ਸੈਂਟੈਂਸ ਨੂੰ ਕੰਟਰੋਲ ਕੀਤਾ ਗਿਆ ਜੀ, ਵਿੱਚ ਕੋਮੇ ਪਾ ਕੇ ਜਾਂ ਕਨੈਕਟਰ ਲਾ ਕੇ ਗਾਂ ਦੀਆਂ ਖਿੱਚਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸੈਕੰਡਲੀ ਪੁਆਇੰਟ ਸ਼ੁਰੂ ਹੋ ਗਿਆ ਜੀ ਇੱਥੋਂ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਮੈਂ ਪਹਿਲੇ ਯਾਨੀ ਕਿ ਪੁਆਇੰਟ ਦੀ ਫੋਰ ਐਗਜ਼ਾਮਪਲ ਨਹੀਂ ਦਿੱਤੀ, ਉਹ ਸ਼ਾਇਦ ਦੂਸਰੇ ਚ। ਤਾਂ ਮੈਂ ਕੀ ਕਿਹਾ ਜੀ ਇੱਥੇ ਸੈਕੰਡਲੀ, ਮੈਂ ਕਹਿੰਦਾ ਨਾਟ ਸਪੋਰਟਿਵ ਵਰਕ ਪਲੇਸ ਹੁੰਦੀ ਆ, ਯਾਨੀ ਕਿ ਬਿਕਮਸ ਦਾ ਮੇਨ ਕਾਜ਼ ਆਫ ਸਟ੍ਰੈਸ। ਮੈਂ ਕਿਹਾ ਜੀ ਜਗ੍ਹਾ ਚੰਗੀ ਨਹੀਂ ਹੋਊਗੀ ਤਾਂ ਇਹ ਸਟ੍ਰੈਸ ਦਾ ਕਾਰਨ ਯਾਨੀ ਕਿ ਬਣ ਜਾਣੀ ਆ, ਕਿਉਂਕਿ ਇਹਦਾ ਮਤਲਬ ਬਿਕੋਜ਼, ਕਿਉਂਕਿ ਮੈਂ ਕਿਹਾ ਜੀ ਇੱਕ ਪਰਸਨ ਜਿਹੜਾ ਹੈਗਾ ਵਾ ਫੀਲਸ, ਇੱਥੇ ਫੀਲਸ ਲਾਉਣਾ ਜੀ। ਮੈਂ ਕਿਹਾ ਕਿਉਂਕਿ ਇੱਕ ਜਿਹੜਾ ਪਰਸਨ ਹੈਗਾ ਵਾ ਫੀਲਸ ਡਿਪਰੈਸਡ, ਮੈਂ ਕਿਹਾ ਜੀ ਜਿਹੜਾ ਪਰਸਨ ਦਾ ਉਹ ਡਿਪਰੈਸਡ ਫੀਲ ਕਰਦਾ ਵਾ, ਯਾਨੀ ਕਿ ਵੈਨ ਹੀ ਇਜ਼ ਨੋਟ ਸਪੋਰਟਡ ਐਂਡ ਹੈਲਪਡ ਬਾਈ। ਮੈਂ ਧਿਆਨ ਨਾਲ ਦੇਖੋ, ਮੈਂ ਕਿਹਾ ਜੀ ਕੋਈ ਵੀ ਪਰਸਨ ਯਾਨੀ ਕਿ ਡਿਪਰੈਸਡ ਫੀਲ ਕਰੂਗਾ ਜਦੋਂ ਉਹਦੀ ਸਪੋਰਟ ਨਹੀਂ ਕੀਤੀ ਜਾਂਦੀ, ਵੌਇਸ ਫਾਰਮੇਸ਼ਨ ਲਾਈ ਹੈ ਜੀ ਇੱਥੇ, ਤੇ ਹੈਲਪ ਨਹੀਂ ਕੀਤੀ ਜਾਂਦੀ ਯਾਨੀ ਕਿ ਦੂਜਿਆਂ ਦੇ ਦੁਆਰਾ, ਯਾਨੀ ਕਿ ਉਹਦੇ ਜੋ ਕੋਲੀਗਸ ਆ ਉਹਨਾਂ ਦੇ ਦੁਆਰਾ। ਸੈਕੰਡ ਪੁਆਇੰਟ ਕੀ ਹੈ ਜੀ, ਮੈਂ ਕਿਹਾ ਜਿਹੜੀ ਵਰਕ ਪਲੇਸ ਹੁੰਦੀ ਆ ਜੇ ਉਹ ਸਪੋਰਟਿਵ ਨਾ ਹੋਈ, ਬਾਏ ਚਾਂਸ ਆਪਾਂ ਜੇ ਕੰਪਰੋਮਾਈਜ਼ ਕਰ ਗਏ ਜਗ੍ਹਾ ਦੇ ਨਾਲ, ਤਾਂ ਮੈਂ ਕਿਹਾ ਜੀ ਫਿਰ ਕੀ ਹੋਊਗਾ, ਫਿਰ ਇੱਕ ਵਰਕਰਸ ਡਿਪਰੈਸਡ ਹੋਊਗਾ ਜੀ ਬਹੁਤ। ਕਿਉਂਕਿ ਮੈਂ ਕਿਹਾ ਜੀ ਕੀ ਹੁੰਦਾ ਵਾ
ਜੇ ਕਿਸੇ ਪਰਸਨ ਦੀ ਸਪੋਰਟ ਹੀ ਨਾ ਕੀਤੀ ਜਾਊਗੀ ਕੋਲੀਗ ਦੇ ਦੁਆਰਾ ਜਾਂ ਹੈਲਪ ਹੀ ਨਾ ਕੀਤੀ ਜਾਊਗੀ ਤਾਂ ਫਿਰ ਉਹ ਡਿਪਰੈਸਡ ਫੀਲ ਕਰੂਗਾ। ਤੇ ਗਾਂ ਜਾ ਕੇ ਜੋ ਫੋਰ ਐਗਜ਼ਾਮਪਲ ਪਾਈ ਆ ਉਹ ਥੋੜੀ ਜੀ ਜਾਨੀ ਕਿ ਮੈਮੋਰਾਈਜ਼ਡ ਵਾਲੀਆਂ ਚੀਜ਼ਾਂ ਦਾ ਥੋੜਾ ਜਿਹਾ ਜ਼ਿਆਦਾ ਵਾ ਉਹਦੇ ਵਿੱਚ, ਬਟ ਫਿਰ ਵੀ ਕੋਸ਼ਿਸ਼ ਕੀਤੀ ਗਈ ਮਾੜੀ ਜੀ ਵੈਰੀ ਕਰਾਉਣ। ਤਾਂ ਮੈਂ ਕਿਹਾ ਜੀ ਹਾਰਵਰਡ ਯੂਨੀਵਰਸਿਟੀ ਨੇ ਸਰਵੇ ਕੀਤਾ ਸੀਗਾ ਇੱਕ, ਕੈਰੀਡ ਆਊਟ ਇਨ 2007 ਇਨ UK। ਮੈਂ ਕਿਹਾ ਜੀ ਅਕੋਰਡਿੰਗ ਟੂ ਇਹ ਹਾਰਵਰਡ ਯੂਨੀਵਰਸਿਟੀ ਸਰਵੇ, ਜੋ ਹਾਰਵਰਡ ਯੂਨੀਵਰਸਿਟੀ ਬਹੁਤ ਸਰਵੇ ਕਰਦੀ ਹੈ ਜੀ, ਆਪਣੇ ਵਰਲਡ ਦੀ ਬੈਸਟ ਯੂਨੀਵਰਸਿਟੀ ਆ। ਤੁਸੀਂ ਜ਼ਿਆਦਾਤਰ ਸੈਲੀਬ੍ਰਿਟੀਜ਼ ਪੜ੍ਹੋ, ਜ਼ਿਆਦਾਤਰ ਤੁਸੀਂ ਜਿਵੇਂ ਜਾਨੀ ਕਿ ਮਾਰਕ ਜ਼ਕਰਬਰਗ ਹੋ ਗਿਆ, ਜਿੰਨੇ ਵੀ ਇਹ ਲੋਕ ਆ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹ ਕੇ ਆਉਂਦੇ, 100 ਦੇ ਵਿੱਚੋਂ 70% ਜੋ ਹੈਗੇ ਮੰਨ ਲਓ। ਤਾਂ ਹਾਰਵਰਡ ਯੂਨੀਵਰਸਿਟੀ ਇੱਕ ਬਹੁਤ ਜ਼ਿਆਦਾ ਜਾਨੀ ਕਿ ਫੇਮਸ ਯੂਨੀਵਰਸਿਟੀ ਹੈ, ਜੋ ਸਰਵੇ ਕਰਦੀ ਆ, ਟੈਸਟ ਕਰਦੀ ਆ, ਨਵੇਂ ਫੈਕਟ ਆ, ਸਾਰੀਆਂ ਚੀਜ਼ਾਂ ਹਾਰਵਰਡ ਯੂਨੀਵਰਸਿਟੀ ਦੀਆਂ ਹੀ ਜਾਨੀ ਕਿ ਯੋਗਦਾਨ ਹੁੰਦੇ ਬਹੁਤ ਜ਼ਿਆਦਾ। ਤਾਂ ਕਰਕੇ ਮੈਂ ਇੱਥੇ ਨਾਮ ਲਿਖਿਆ ਯੂਨੀਵਰਸਿਟੀ ਦਾ, ਅਕੋਰਡਿੰਗ ਟੂ ਦਾ ਹਾਰਵਰਡ ਯੂਨੀਵਰਸਿਟੀ ਸਰਵੇ, ਕੌਮਾ ਪਾ ਕੇ ਲਿਖਿਆ ਕੈਰੀਡ ਆਊਟ ਇਨ। ਮੈਂ ਇੱਥੇ ਜਾਨੀ ਕਿ ਵਿੱਚ ਨਹੀਂ ਲਾਇਆ, ਮੈਂ ਲਿਖ ਸਕਦਾ ਸੀਗਾ ਵਿਚ ਵਾਜ਼ ਕੈਰੀਡ ਆਊਟ, ਬਟ ਮੈਂ ਉਹ ਚੀਜ਼ ਨੂੰ ਹਾਈਡ ਕਰ ਗਿਆ ਜੀ ਸਾਰੇ। ਤੇ ਜੇ ਮੈਂ ਚਾਹਾਂ ਤਾਂ ਕੌਮੇ ਨਾ ਵੀ ਲਾਵਾਂ ਤਾਂ ਕੋਈ ਫਰਕ ਨਹੀਂ ਪੈਂਦਾ, ਸਿੱਧੇ ਲਿਖਿਆ ਜਾ ਸਕਦਾ ਯੂਨੀਵਰਸਿਟੀ ਸਰਵੇ ਕੈਰੀਡ ਆਊਟ ਇਨ 2007। ਫਿਰ ਮੈਨੂੰ ਗਾਂ ਲਾਉਣਾ ਪੈਣਾ ਸੀਗਾ ਇੱਥੇ, ਹਾਂ ਹਾਂਜੀ ਬਿਲਕੁਲ ਠੀਕ ਸੀਗਾ। ਮੈਂ ਕੌਮੇ ਇੱਥੇ ਕਿਉਂ ਲਾਏ, ਤਾਂ ਕਿ 60% ਵਾਲੀ ਲਾਈਨ ਵੱਖਰੀ ਦਿਖੇ ਜੀ ਉਹਨਾਂ ਨੂੰ, ਤਾਂ ਕਰਕੇ ਮੈਂ ਇੱਥੇ ਕੌਮੇ ਲਾਤੇ। ਤਾਂ ਧਿਆਨ ਨਾਲ ਦੇਖਿਓ ਜੀ, ਹਾਰਵਰਡ ਯੂਨੀਵਰਸਿਟੀ ਸਰਵੇ ਜੋ ਕਿ ਕੈਰੀਡ ਆਊਟ ਕੀਤਾ ਗਿਆ ਸੀਗਾ 2007 ਦੇ ਵਿੱਚ UK ਦੇ ਵਿੱਚ। ਤਾਂ ਕੀ ਕਹਿੰਦੇ ਜੀ ਉਹ, ਮੈਂ ਕਿਹਾ 60% ਡਿਪਰੈਸ਼ਨ ਜਿਹੜਾ ਹੈਗਾ ਵਾ 30+ ਗਰੁੱਪ ਦੇ ਵਿੱਚ, 60% ਡਿਪਰੈਸ਼ਨ ਜਿਹੜਾ ਹੈਗਾ ਕਿਹਦੇ ਵਿੱਚ, ਜੋ 30 ਸਾਲ ਤੋਂ ਉੱਪਰ ਗਰੁੱਪ ਵਾਲੇ ਲੋਕ ਹੈਗੇ ਆ ਜੀ। ਡਿਊ ਟੂ, ਉਹ ਕਾਹਦੇ ਕਰਕੇ ਹੈ ਜੀ, ਉਹ ਹੈਗਾ ਨਹੀਂ ਕ੍ਰਿਟੀਸਾਈਜ਼ਿੰਗ, ਤੇ ਨਾਲ ਹੀ ਜਿਹੜੇ ਉਹਨਾਂ ਦੇ ਕੋਲੀਗ ਹੈਲਪਫੁਲ ਨਹੀਂ ਹੁੰਦੇ, ਕਿਉਂਕਿ ਮੈਂ ਗੱਲਾਂ ਕਿਹਦੀਆਂ ਕਰੀ ਜਾਂਦਾ, ਜਾ ਕੇ ਉੱਪਰ ਦੇਖੋ, ਨੋਟ ਸਪੋਰਟਡ ਤੇ ਹੈਲਪਡ, ਜਿਨ੍ਹਾਂ ਦੀ ਹੈਲਪ ਨਾ ਕੀਤੀ ਜਾਵੇ, ਜਿਨ੍ਹਾਂ ਦੀ ਸਪੋਰਟ ਨਾ ਕੀਤੀ ਜਾਵੇ। ਤਾਂ ਕਰਕੇ ਫੋਰ ਐਗਜ਼ਾਮਪਲ ਦੇ ਵਿੱਚ ਮੈਂ ਜਿਹੜੇ ਉਹ ਵਰਡ ਆ ਉਹਨਾਂ ਨੂੰ ਪੈਰਾਫਰੇਜ਼ ਕਰਤਾ ਤਾਂ ਕਿ ਜੁੜਦੀ ਹੋਈ ਆਪਾਂ ਨੂੰ ਦੇਖੀ। ਲਾਸਟ ਉੱਪਰ ਮੈਂ ਕਿਹਾ ਜੀ ਕਨਕਲੂਜਨ ਤੇ ਦੇਖਿਆ ਜਾਵੇ ਤਾਂ ਜੀ, ਤਾਂ ਭਾਵੇਂ ਮੈਂ ਕਿਹਾ ਜੋ ਹਾਇਰ ਵੇਜ਼ ਹੈਗੀ ਹੈ ਜੀ, ਮੈਂ ਕਿਹਾ ਜੀ ਭਾਵੇਂ ਹਾਇਰ ਵੇਜ਼ ਇਜ਼ ਵਨ ਆਫ ਦਾ ਮੋਸਟ ਇੰਪੋਰਟੈਂਟ ਫੈਕਟਰਸ, ਭਾਵੇਂ ਜੀ ਇਹ ਮੇਨ ਜਾਨੀ ਕਿ ਫੈਕਟਰਾਂ ਦੇ ਵਿੱਚੋਂ ਇੱਕ ਆ। ਜੇ ਆਪਾਂ ਜੌਬ ਦੇ ਕੇਸ ਵਿੱਚ ਦੇਖੀਏ ਤਾਂ ਮੈਂ ਪਰ ਬਲੀਵ ਕਰਦਾ ਵਾਂ, ਯਾਨੀ ਕਿ ਹੈਵਿੰਗ ਜੀਰੋ ਤੋਂ ਸਟਾਰਟ ਕੀਤਾ, ਤਾਂ ਮੈਂ ਕਿਹਾ ਯਾਨੀ ਕਿ ਮੈਂ ਬਲੀਵ ਕਰਦਾ ਕਿ ਹੈਵਿੰਗ ਏ ਪੋਜ਼ਿਟਿਵ ਐਂਡ ਫਰੈਂਡਲੀ ਸਟਾਫ। ਬਟ ਮੇਰਾ ਇਹ ਮੰਨਣਾ ਕਿ ਪੋਜ਼ਿਟਿਵ ਤੇ ਫਰੈਂਡਲੀ ਸਟਾਫ ਜਿਹੜਾ ਹੁੰਦਾ ਵਾ ਉਹ ਮੋਸਟ ਕੰਸੀਡਰੇਬਲ ਫੈਕਟਰ ਹੈ ਜੀ। ਤਾਂ ਇੱਥੇ ਆਪਣੇ ਖਤਮ ਹੋ ਗਏ। ਜੇ ਤੁਸੀਂ ਕੋਲੋਕੇਸ਼ਨਸ ਦੇਖੋ ਤਾਂ ਆਪਣੀਆਂ ਕੋਲੋਕੇਸ਼ਨਸ ਆ ਜੀਗਾ, ਹਾਂਜੀ, ਕ੍ਰਿਟੀਸਾਈਜ਼ਿੰਗ ਐਂਡ ਫੁੱਲ ਸਹੀ ਹੋ ਗਿਆ। ਤੇ ਲਾਸਟ ਉੱਪਰ ਆਪਣਾ ਇੱਥੇ ਹੋ ਗਿਆ ਜੀ ਕਿ ਯਾਨੀ ਕਿ ਕੰਸੀਡਰੇਬਲ ਫੈਕਟਰ। ਤੇ ਜੇ ਤੁਸੀਂ ਯਾਨੀ ਕਿ ਕੰਪਲੈਕਸਿਟੀ ਦੇਖੋ ਤਾਂ ਹਾਰਡਲੀ ਕੋਈ ਸੈਂਟੈਂਸ ਆ ਜਿਹੜਾ ਨਹੀਂ ਲਿਖਿਆ ਗਿਆ ਹੁਣ। ਸਿੰਪਲ, ਫਿਰ ਕੰਪਾਊਂਡ ਕਨਕਲੂਡ ਹੋ ਗਏ, ਫਿਰ ਕੰਪਲੈਕਸ ਹੋ ਗਏ, ਫਿਰ ਜੀਰੰਡ ਹੋ ਗਿਆ, ਫਿਰ ਵੌਇਸ ਫਾਰਮੇਸ਼ਨ ਹੋ ਗਈ, ਫਿਰ ਰਿਲੇਟਿਵ ਪ੍ਰੋਨਾਊਨ ਹੋ ਗਏ। ਜਿੰਨੇ ਵੀ ਟਾਈਪਸ ਸੀਗੀਆਂ ਸਾਰਾ ਮਿਕਸਚਰ ਆ। ਲੈਕਸੀਕਲ ਰਿਸੋਰਸਸ ਵੇਖੀਏ ਤਾਂ ਬਦਲ ਕੇ ਲਿਖੇ ਗਿਆ। ਅੱਛਾ, ਹਾਰਡਲੀ ਕੋਈ ਵਰਡ ਰਿਪੀਟ ਹੋਇਆ ਹੋਣਾ ਜੀ, ਕੋਈ ਹਾਰਡਲੀ ਕੋਈ ਇੱਕ ਅੱਧਾ ਸਿੰਗਲ ਵਰਡ ਰਿਪੀਟ ਹੋਇਆ ਹੋਣਾ, ਬਟ ਜ਼ਿਆਦਾਤਰ ਨਹੀਂ। ਹਾਂ, ਵਰਕ ਪਲੇਸ ਇੱਕ ਦੋ ਜਗ੍ਹਾ ਤੇ ਰਿਪੀਟ ਹੋਇਆ ਵਾ, ਜਿਹਨੂੰ ਚਲੋ ਹੋਣਾ ਚਾਹੀਦਾ ਹੀ ਸੀਗਾ। ਤੇ ਜੇ ਆਪਾਂ ਯਾਨੀ ਕਿ ਕੋਰਸ ਦੇਖੀਏ ਤਾਂ ਪੁਆਇੰਟ ਨੂੰ ਯਾਨੀ ਕਿ ਦੱਸ ਕੇ ਸਮਝਾਇਆ ਗਿਆ ਬਸ। ਤੇ ਯਾਨੀ ਕਿ ਫੋਰ ਐਗਜ਼ਾਮਪਲ ਦਾ, ਫੋਰ ਐਗਜ਼ਾਮਪਲ ਜੇ ਹੈ ਨਹੀਂ ਪਹਿਲੇ ਪੁਆਇੰਟ ਦੀ ਤਾਂ ਸੈਕਿੰਡ ਦੀ ਦੱਸ, ਬਾਲੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਉਹਦੇ ਵਿੱਚ। ਤੇ ਟਾਸਕ ਰਿਸਪੌਂਸ ਦੇਖੀਏ ਤਾਂ BP1 ਦੇ ਵਿੱਚ ਕਿਉਂ ਸੈਲਰੀ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਆ, ਰੀਜ਼ਨ ਹੁੰਦੇ। ਤੇ ਦੂਸਰੇ ਦੇ ਵਿੱਚ ਵਰਕ ਪਲੇਸ ਨੂੰ ਕਿਉਂ ਪ੍ਰਾਇੋਰਟੀ ਦੇਣੀ ਚਾਹੀਦੀ ਆ, ਯਾਨੀ ਕਿ ਰੀਜ਼ਨ ਹੁੰਦੇ। ਤਾਂ ਇਹ ਆਪਣੇ ਦੋਨਾਂ ਦਾ ਹੋ ਗਿਆ ਟਾਸਕ ਰਿਸਪੌਂਸ। ਤੇ ਖੁਦ ਦੀ ਸਾਈਡ ਆ, ਖੁਦ ਦੀ ਸਾਈਡ ਮੈਂ ਲੈ ਲਈ ਜੀ ਕਿ ਆਪਾਂ ਨੂੰ ਕਿੱਧਰਲੇ ਪਾਸੇ ਜਾਣਾ ਚਾਹੀਦਾ। ਜੇ ਮੈਂ ਚਾਹੁੰਦਾ ਤਾਂ ਮੈਂ BP2 ਦੀ ਸਟਾਰਟਿੰਗ 'ਚ ਵੀ ਦੱਸ ਸਕਦਾ ਸੀ ਕਿ ਕੁਝ ਕੁ ਕਾਰਨਾਂ ਕਰਕੇ ਮੈਂ ਉਹ ਲੋਕਾਂ ਦੇ ਵਿੱਚ ਸ਼ਾਮਿਲ ਹਾਂ ਜਿਹੜੇ ਲੋਕੀ ਇਹ ਸੋਚਦੇ ਆ ਕਿ ਵਰਕਿੰਗ ਪਲੇਸ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ। ਮੈਂ ਲਾਈਨ ਰਿਪੀਟ ਕਰਦਾ ਵਾਂ ਜੀ, ਮੈਂ BP2 'ਚ ਲਿਖ ਸਕਦਾ ਸੀਗਾ ਕਿ ਕੁਝ ਕੁ ਕਾਰਨਾਂ ਕਰਕੇ ਮੈਂ ਵੀ ਉਹ ਲੋਕਾਂ ਦੇ ਵਿੱਚੋਂ ਇੱਕ ਹਾਂ। ਯਾਨੀ ਕਿ ਮੇਰੀ ਇੱਥੇ ਸਾਈਡ ਸ਼ੋ ਹੋ ਜਾਣੀ ਸੀ ਵੀ ਮੈਂ ਕਿੱਧਰ ਹਾਂ ਜੀ। BP2 ਦੇ ਵਿੱਚ ਵੀ ਸਟਾਰਟਿੰਗ ਦੇ ਵਿੱਚ ਜਿੱਥੇ ਮੈਂ ਲਿਖ ਰਿਹਾ ਡਿਊ ਟੂ ਸੈਵਰਲ ਰੀਜ਼ਨਸ, ਕੁਝ ਕੁ ਕਾਰਨਾਂ ਕਰਕੇ ਵੀ ਮੈਂ ਵੀ ਯਾਨੀ ਕਿ ਵਨ ਆਫ ਦੋਜ਼ ਪੀਪਲ
ਵੀ ਜਾਣੀ ਕਿ ਮੈਂ ਵੀ ਕਿਹੜੇ ਲੋਕਾਂ ਦੇ ਵਿੱਚੋਂ who hold the belief that ਜਾਂ who hold the view that, ਬਾਅਦ ਚੋਂ ਸਾਰੀ ਲਾਈਨ ਬਣੀ ਤਣੀ ਲਿਖ ਦੇਣੀ ਸੀ, ਬਸ ਉਹਦੇ ਵਿੱਚ ਨਿੱਕਾ ਟੁਕੜਾ ਪਾਉਣਾ ਸੀਗਾ ਕਿ ਮੈਂ ਵੀ ਉਹ ਲੋਕਾਂ ਦੇ ਵਿੱਚੋਂ ਇੱਕ ਹਾਂ। ਤਾਂ ਜੋ ਰੀਡਰ ਆ, ਰੀਡਰ ਨੂੰ ਪਤਾ ਲੱਗ ਜਾਣਾ ਸੀ ਵੀ ਤੁਸੀਂ ਵੀ BP2 ਵਾਲੀ ਸਾਈਡ ਹੋ। ਤਾਂ ਇਹ ਟਾਸਕ 2 ਸੀਗਾ ਜੀ। ਮੈਂ ਤੁਹਾਨੂੰ ਇਹ ਜੋ PDF ਆ ਤੁਹਾਨੂੰ ਮੈਂ WhatsApp ਤੇ ਸੈਂਡ ਕਰ ਦਿੰਦਾ। ਹਾਂਜੀ, ਗਰੁੱਪ ਦੇ ਵਿੱਚ